ਵਾਹਿਗੁਰੂ। ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਮੈਂ ਮੂਰਖ ਕੀ ਕੇਤਕ ਬਾਤ ਹੈ, ਕੋਟ ਪਰਾਦੀ ਤਰਿਆਰੀ। ਗੁਰ ਨਾਨਕ ਜਿਨ ਸੁਣਿਆ ਪੇਖਿਆ, ਸੇ ਫਿਰ ਗਰਭਾਸ ਨਾ ਪਰਿਆਰੀ। ਜਬ ਲਉ ਨਹੀਂ ਭਾਗ ਲੀਲਾਰ ਉਦੈ, ਤਬ ਲਉ ਭਰਮ ਤੇ ਫਿਰਤੇ ਬਹੁਤਾਇਓ। ਕਲ ਘੋਰ ਸਮੁੰਦਰ ਮੈਂ ਬੂਡਤ ਥੇ, ਕਬਹੂੰ ਮਿਟ ਹੈ ਨਹੀਂ ਰੇ ਪਛਤਾਇਓ। ਤਤ ਵਿਚਾਰ ਯਹ ਮਥੁਰਾ, ਜਗ ਤਾਰਨ ਕਉ ਅਵਤਾਰ ਬਨਾਇਓ। ਜਪਿਓ ਜਿਨ ਅਰਜਨ ਦੇਵ ਗੁਰੂ, ਫਿਰ ਸੰਕਟ ਜੋਨ ਗਰਭ ਨ ਆਇਓ। ਜਪਿਓ ਜਿਨ ਅਰਜਨ ਦੇਵ ਗੁਰੂ, ਫਿਰ ਸੰਕਟ ਜੋਨ ਗਰਭ ਨ ਆਇਓ। ਸਜਣ ਸਚਾ ਪਾਤਸ਼ਾਹ, ਸਿਰ ਸ਼ਾਹਾਂ ਦਾ ਸ਼ਾਹ। ਜਿਸ ਪਾਸ ਬੈਠਿਆ ਸੋਹੀਐ, ਸਭਨਾ ਦਾ ਵਿਸਾਹੂ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾਂ। ਰਾਜਨ ਮਹਿ ਰਾਜਾ ਉਰਜਾਇਓ, ਮਾਨਨ ਮਹਿ ਅਭਿਮਾਨੀ। ਲੋਭਨ ਮਹਿ ਲੋਭੀ ਲੋਭਾਇਓ, ਤਿਉ ਹਰ ਰੰਗ ਰਚੇ ਗਿਆਨੀ। ਰਾਜਨ ਮਹਿ ਰਾਜਾ ਉਰਜਾਇਓ, ਮਾਨਨ ਮਹਿ ਅਭਿਮਾਨੀ। ਲੋਭਨ ਮਹਿ ਲੋਭੀ ਲੋਭਾਇਓ, ਤਿਉ ਹਰ ਰੰਗ ਰਚੇ ਗਿਆਨੀ। ਹਰ ਜਨ ਕੋ ਇਹੀ ਸੁਹਾਵੈ, ਪੇਖ ਨਿਕਟ ਕਰ ਸੇਵਾ ਸਤਿਗੁਰ। ਹਰ ਕੀਰਤਨ ਹੀ ਤ੍ਰਿਪਤਾਵੈ ਰਹਾਉ। ਅਮਲਨ ਸਿਉ ਅਮਲੀ ਲਪਟਾਇਓ, ਭੂਮਨ ਭੂਮ ਪਿਆਰੀ। ਖੀਰ ਸੰਗ ਬਾਰਕ ਹੈ ਲੀਨਾ, ਪ੍ਰਭ ਸੰਤ ਐਸੇ ਹਿਤਕਾਰੀ। ਵਿਦਿਆ ਮੈਂ ਵਿਦਵੰਸੀ ਰਚਿਆ, ਨੈਣ ਦੇਖ ਸੁਖ ਪਾਵਹਿ। ਜੈਸੇ ਰਸਨਾ ਸਾਧ ਲੁਭਾਨੀ, ਤਿਉ ਹਰ ਜਨ ਹਰ ਗੁਣ ਗਾਵਹਿ। ਜੈਸੀ ਭੂਖ ਤੈਸੀ ਕਾ ਪੂਰਕ, ਸਗਲ ਘਟਾਂ ਕਾ ਸੁਆਮੀ। ਨਾਨਕ ਪਿਆਸ ਲੱਗੀ ਦਰਸ਼ਨ ਕੀ, ਪ੍ਰਭ ਮਿਲਿਆ ਅੰਤਰ ਜਾਮੀ। ਜੈਸੀ ਭੂਖ ਤੈਸੀ ਕਾ ਪੂਰਕ, ਸਗਲ ਘਟਾਂ ਕਾ ਸੁਆਮੀ। ਨਾਨਕ ਪਿਆਸ ਲੱਗੀ ਦਰਸ਼ਨ ਕੀ,
ਪ੍ਰਭ ਮਿਲਿਆ ਅੰਤਰ ਜਾਮੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗ ਹੋ ਜੁਗ ਅਟਲ, ਖੰਡਾਂ ਬ੍ਰਹਿਮੰਡਾਂ ਦੇ ਮਾਲਕ, ਵਾਲੀਏ ਕੁਲ ਆਲਮ, ਪਾਕ ਏ ਪਵਿੱਤਰ ਰੂਹਾਂ ਦੀ ਰੂਹਾਨੀ ਜੋਤ। ਸ਼ਬਦ ਗੁਰੂ ਸ਼ਬਦਾ ਅਵਤਾਰ, ਬਾਣੀ ਦੇ ਬੋਹਿਥ ਕਲਯੁਗ ਦੀ ਜਹਾਜ਼ ਖੇਵਟ ਗੁਰੂ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਮੁਬਾਰਕ ਮਿੱਠੀ ਅਤੇ ਨਿੱਘੀ ਗੋਦ ਵਿੱਚ ਜੁੜ ਬੈਠ ਕਰਕੇ ਅੱਜ ਅੰਮ੍ਰਿਤ ਵੇਲੇ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਦਰ ਘਰ ਦੇ ਅੰਦਰ ਸੱਚਖੰਡ ਸ੍ਰੀ ਦਰਬਾਰ ਸਾਹਿਬ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਅੰਮ੍ਰਿਤ ਵੇਲੇ ਸੋਹਣੇ ਤਖਤਾਂ 'ਤੇ ਸੁਭਾਈਮਾਨ ਹੋ ਕਰਕੇ ਜੋ ਸਮੁੱਚੀ ਮਾਨਵਤਾ ਦੀ ਕਲਿਆਣਤਾ ਵਾਸਤੇ ਅੰਮ੍ਰਿਤਮਈ ਉਪਦੇਸ਼ ਬਖਸ਼ਿਸ਼ ਕੀਤਾ ਹੈ, ਤਿਸ ਦੀ ਵਿਚਾਰ ਦੀਵਾਨ ਹਾਲ ਮੰਜੀ ਸਾਹਿਬ ਵਿਖੇ ਸਰਵਣ ਕਰਨ ਆਈ ਗੁਰੂ ਰੂਪ ਗੁਰੂ ਖਾਲਸਾ, ਗੁਰੂ ਸਵਾਰੀ ਸਾਧ ਸੰਗਤ। ਮੀਡੀਆ ਦੇ ਦੁਆਰਾ ਅਸੀਂ ਘਰਾਂ ਵਿੱਚ ਬੈਠੇ ਵੀ ਸਤਿਗੁਰੂ ਪਾਤਸ਼ਾਹ ਜੀ ਦੇ ਅੰਮ੍ਰਿਤਮਈ ਬਚਨਾਂ ਦੀ ਵਿਚਾਰ ਦੀ ਤਾਂਘ ਵਿੱਚ ਬੈਠੇ ਹਾਂ। ਅੱਜ ਸਤਿਗੁਰੂ ਪਾਤਸ਼ਾਹ ਜੀ ਨੇ ਸਾਨੂੰ ਸੰਸਾਰਿਕ ਜੀਵਾਂ ਨੂੰ ਸਾਡੀ ਕਲਿਆਣਤਾ ਵਾਸਤੇ ਜੋ ਅੰਮ੍ਰਿਤਮਈ ਉਪਦੇਸ਼ ਬਖਸ਼ਿਸ਼ ਕੀਤਾ ਹੈ, ਤਿਸ ਦੀ ਵਿਚਾਰ ਸਾਂਝੀ ਕਰਨ ਤੋਂ ਪਹਿਲਾਂ ਆਓ ਆਪਾਂ ਜਿੰਨੇ ਵੀ ਸਰੀਰ ਸਾਹਿਬ ਜੀ ਦੀ ਪਾਵਨ ਪਵਿੱਤਰ ਗੋਦ ਵਿੱਚ ਜੁੜ ਬੈਠੇ ਹਾਂ, ਗੁਰੂ ਸਾਹਿਬ ਜੀ ਦੀ ਬਖਸ਼ਿਸ਼ ਦੇ ਪਾਤਰ ਬਣਦਿਆਂ ਸਭ ਤੋਂ ਪਹਿਲਾਂ ਰਸਨਾ ਦੀ ਸਾਂਝ ਬਣਾਉਂਦਿਆਂ ਇੱਕੋ ਵਾਰੀ ਕਹਿਣ 'ਤੇ ਸਾਰੇ ਗੱਜ ਕੇ ਆਖੀਏ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਇਹ ਪਾਵਨ ਪਵਿੱਤਰ ਅੰਮ੍ਰਿਤਮਈ ਉਪਦੇਸ਼ ਸ਼ਹੀਦਾਂ ਦੇ ਸਰਤਾਜ, ਸ਼ਾਂਤੀ ਦੇ ਪੁੰਜ, ਬਾਣੀ ਦੇ ਬੋਹਿਥ, ਕਲਯੁਗ ਦੇ ਜਹਾਜ਼ ਖੇਵਟ ਗੁਰੂ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਮੁਬਾਰਕ ਰਸਨਾ ਤੋਂ ਉਚਾਰਨ ਕੀਤਾ ਹੋਇਆ ਸੋਰਠ ਰਾਗ ਦੇ ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਗ ਨੰਬਰ 613 ਦੇ ਉੱਪਰ ਸੁਭਾਈਮਾਨ ਹੈ। ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਅੱਜ ਦੇ ਇਸ ਪਾਵਨ ਪਵਿੱਤਰ ਅੰਮ੍ਰਿਤਮਈ ਸ਼ਬਦ ਦੇ ਕੇਂਦਰੀ ਭਾਵ ਦੀਆਂ ਤੁਕਾਂ ਵਿੱਚ ਜੋ ਅੰਮ੍ਰਿਤਮਈ ਉਪਦੇਸ਼ ਬਖਸ਼ਿਸ਼ ਕੀਤਾ ਹੈ, ਸਮੁੱਚੇ ਸ਼ਬਦ ਵਿੱਚ ਉਸੇ ਵਿਚਾਰਧਾਰਾ ਨੂੰ ਗੁਰੂ ਸਾਹਿਬ ਜੀ ਨੇ ਖੋਲ੍ਹ ਕੇ ਬਿਆਨ ਕੀਤਾ ਹੈ। ਆਓ ਆਰੰਭ ਤੋਂ ਅੰਮ੍ਰਿਤਮਈ ਸ਼ਬਦ ਦੀ ਵਿਚਾਰ ਦੇ ਨਾਲ ਜੁੜਨਾ ਕਰਦੇ ਹਾਂ ਤਾਂ ਕਿ ਸਮਝ ਵਿੱਚ ਆ ਸਕੇ ਕਿ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਸਾਡੇ ਸੰਸਾਰਿਕ ਜੀਵਾਂ ਦੀ ਕਲਿਆਣਤਾ ਵਾਸਤੇ ਅੱਜ ਦੇ ਇਸ ਅੰਮ੍ਰਿਤਮਈ ਉਪਦੇਸ਼ ਦੇ ਅੰਦਰ ਸਾਨੂੰ ਸੰਸਾਰਿਕ ਜੀਵਾਂ ਨੂੰ ਕੀ ਸੇਧ, ਕੀ ਗਿਆਨ, ਕੀ ਉਪਦੇਸ਼ ਬਖਸ਼ਿਸ਼ ਕਰਦੇ ਹਨ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾਂ। ਰਾਜਨ ਮਹਿ ਰਾਜਾ ਉਰਜਾਇਓ, ਮਾਨਨ ਮਹਿ ਅਭਿਮਾਨੀ। ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਅੱਜ ਦੇ ਇਸ ਪਾਵਨ ਪਵਿੱਤਰ ਸ਼ਬਦ ਦੇ ਆਰੰਭ ਵਾਲੀਆਂ ਤੁਕਾਂ ਵਿੱਚ ਇੱਕ ਉਦਾਹਰਨ ਦਿੱਤੀ ਹੈ ਤੇ ਜੇ ਆਪਾਂ ਸਮੁੱਚੇ ਸ਼ਬਦ ਦੀ ਵਿਚਾਰ ਨੂੰ ਪੜ੍ਹ ਕੇ ਵੇਖੀਏ ਤੇ ਰਹਾਉ ਦੀਆਂ ਤੁਕਾਂ ਦੇ ਵਿੱਚ ਗੁਰੂ ਸਾਹਿਬ ਜੀ ਨੇ ਬੜੇ ਪਿਆਰੇ ਬਚਨ ਬਖਸ਼ਿਸ਼ ਕੀਤੇ ਹਨ। ਹਰ ਜਨ ਕੋ ਇਹੀ ਸੁਹਾਵੈ, ਪੇਕ ਨਿਕਟ ਕਰ ਸੇਵਾ ਸਤਿਗੁਰ, ਹਰ ਕੀਰਤਨ ਹੀ ਤ੍ਰਿਪਤਾਵੈ। ਕਿ ਹਰੀ ਦੇ ਜਨ ਨੂੰ, ਰੱਬ ਦੇ ਪਿਆਰੇ ਨੂੰ ਕੀ ਭਾਉਂਦਾ ਹੈ। ਗੁਰੂ ਸਾਹਿਬ ਜੀ ਨੇ ਬੜੇ ਪਿਆਰੇ ਬਚਨ ਬਖਸ਼ਿਸ਼ ਕੀਤੇ ਨੇ। ਹਰ ਜਨ, ਹਰੀ ਦੇ ਜਨ ਨੂੰ ਕੀ ਸੁਹਾਉਂਦਾ ਹੈ। ਸੁਹਾਉਂਦੇ ਤੋਂ ਭਾਵ ਹੁੰਦਾ ਕਿ ਕੀ ਭਾਉਂਦਾ ਹੈ, ਕੀ ਚੰਗਾ ਲੱਗਦਾ। ਫਿਰ ਅਗਲੀਆਂ ਦੋ ਗੱਲਾਂ ਬੜੀਆਂ ਪਿਆਰੀਆਂ ਗੁਰੂ ਸਾਹਿਬ ਜੀ ਨੇ ਬਖਸ਼ਿਸ਼ ਕੀਤੀਆਂ ਕਿ ਹਰੀ ਦੇ ਜਨ ਨੂੰ ਚੰਗਾ ਕੀ ਲੱਗਦਾ, ਰੱਬ ਦੇ ਪਿਆਰੇ ਨੂੰ, ਰੱਬ ਦੇ ਭਗਤ ਨੂੰ, ਰੱਬ ਨਾਲ ਪਿਆਰ ਕਰਨ ਵਾਲੇ ਨੂੰ ਕੀ ਚੰਗਾ ਲੱਗਦਾ। ਫਿਰ ਉਹਦੀਆਂ ਉਦਾਹਰਨਾਂ ਦੇ ਦੇ ਕੇ ਗੁਰੂ ਸਾਹਿਬ ਜੀ ਨੇ ਸਮੁੱਚੇ ਸ਼ਬਦ ਵਿੱਚ ਸਮਝਾਉਣਾ ਕੀਤਾ। ਜਿਵੇਂ ਆਪਾਂ ਕਿਸੇ ਨੂੰ ਕੋਈ ਗੱਲ ਕਹਿ ਦਈਏ
ਤੇ ਜੇ ਉਹਦੇ ਗੱਲ ਸਮਝ ਵਿੱਚ ਨਾ ਆਵੇ ਤੇ ਫਿਰ ਆਪਾਂ ਉਹਦੇ ਵਾਸਤੇ ਉਹਨੂੰ ਉਦਾਹਰਨਾਂ ਦੇ ਕੇ ਸਮਝਾਉਣ ਦੇ ਯਤਨ ਕਰਦੇ ਕਿ ਭਾਈ ਫਲਾਣੇ ਨਾਲ ਇਦਾਂ ਹੋਇਆ ਤੇ ਉਹਦੇ ਨਾਲ ਇਦਾਂ ਦੀ ਘਟਨਾ ਵਰਤੀ। ਫਿਰ ਅਸੀਂ ਇੱਕ ਨਹੀਂ ਅਨੇਕਾਂ ਪ੍ਰਕਾਰ ਦੀਆਂ ਉਦਾਹਰਨਾਂ ਦੇ ਕੇ ਉਸ ਗੱਲ ਨੂੰ ਸਿੱਧ ਕਰਨ ਦੇ ਯਤਨ ਕਰਦੇ। ਇਸੇ ਤਰ੍ਹਾਂ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਅੱਜ ਦੇ ਮੁਬਾਰਕ ਸ਼ਬਦ ਦੇ ਕੇਂਦਰੀ ਭਾਵ ਦੀਆਂ ਤੁਕਾਂ ਵਿੱਚ ਜੋ ਅੰਮ੍ਰਿਤਮਈ ਬਚਨ ਬਖਸ਼ਿਸ਼ ਕੀਤੇ ਨੇ, ਉਸ ਗੱਲ ਨੂੰ ਸਿੱਧ ਕਰਨ ਵਾਸਤੇ, ਉਸ ਗੱਲ ਨੂੰ ਖੋਲ੍ਹ ਕੇ ਸਮਝਾਉਣ ਵਾਸਤੇ ਸ਼ਬਦ ਦੀਆਂ ਆਰੰਭ ਵਾਲੀਆਂ ਤੁਕਾਂ ਵਿੱਚ ਅਤੇ ਸਮੁੱਚੇ ਸ਼ਬਦ ਵਿੱਚ ਫਿਰ ਉਸ ਭੇਦ ਨੂੰ ਖੋਲ੍ਹ ਕੇ ਬਿਆਨ ਕੀਤਾ। ਤੇ ਸ਼ਬਦ ਦੇ ਕੇਂਦਰੀ ਭਾਵ ਦੀਆਂ ਮੁੱਖ ਤੁਕਾਂ ਕੀ ਨੇ, ਜਿਹਦੇ ਦੁਆਲੇ ਸਮੁੱਚੇ ਸ਼ਬਦ ਦੀ ਵਿਚਾਰਧਾਰਾ ਜਿਹੜੀ ਹੈ ਉਹ ਘੁੰਮਦੀ ਹੈ। ਸ਼ਬਦ ਦੇ ਕੇਂਦਰੀ ਭਾਵ ਦੀਆਂ ਤੁਕਾਂ ਨੇ, ਹਰ ਜਨ ਕੋ ਇਹੀ ਸੁਹਾਵੈ। ਪਾਤਸ਼ਾਹ ਕਹਿਣਗੇ ਹਰੀ ਦੇ ਜਨ ਨੂੰ, ਰੱਬ ਦੇ ਪਿਆਰੇ ਨੂੰ ਇਹ ਗੱਲ ਬੜੀ ਚੰਗੀ ਲੱਗਦੀ ਹੈ ਕਿ ਸਤਿਗੁਰ ਪਾਤਸ਼ਾਹ ਕਹਿਣਗੇ ਪੇਖ ਨਿਕਟ ਕਰ ਸੇਵਾ ਸਤਿਗੁਰ। ਸਭ ਤੋਂ ਪਹਿਲੀ ਗੱਲ ਤੇ ਉਹਨੂੰ ਚੰਗੀ ਇਹ ਲੱਗਦੀ ਹੈ ਕਿ ਮੈਂ ਆਪਣੇ ਗੁਰੂ ਨੂੰ ਨੇੜੇ ਹੋ ਕੇ ਤੱਕਾਂ, ਮੈਂ ਨਿਤਾ ਪ੍ਰਤੀ ਆਪਣੇ ਸਤਿਗੁਰ ਪਾਤਸ਼ਾਹ ਜੀ ਦੇ ਦੀਦਾਰ ਕਰਾਂ, ਕਿਉਂਕਿ ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁੱਖ ਜਾਏ। ਔਰ ਗੁਰੂ ਦਾ ਸਿੱਖ ਜਿਹੜਾ ਝੱਖੜ ਝਾਗੀ ਮੀਂਹ ਵਰਸੈ ਭੀ ਗੁਰ ਦੇਖਣ ਜਾਏ, ਕਿਉਂਕਿ ਉਹਦੇ ਅੰਦਰ ਇਹ ਭਾਵਨਾ ਹੁੰਦੀ ਹੈ ਕਿ ਮੈਂ ਨਿਤਾ ਪ੍ਰਤੀ ਆਪਣੇ ਸਤਿਗੁਰ ਪਾਤਸ਼ਾਹ ਜੀ ਦੇ ਦੀਦਾਰ ਕਰਾਂ। ਤੇ ਦੂਸਰੀ ਸਿੱਖ ਦੇ ਅੰਦਰ ਭਾਵਨਾ ਹੁੰਦੀ ਹੈ ਕਿ ਮੈਂ ਗੁਰੂ ਦੇ ਦਰ ਤੇ ਜਾ ਕੇ ਸੇਵਾ ਵੀ ਕਰਾਂ। ਪਾਤਸ਼ਾਹ ਕਹਿਣਗੇ ਪਹਿਲੀ ਗੱਲ ਪੇਖ ਨਿਕਟ ਕਰ ਸੇਵਾ ਸਤਿਗੁਰ ਹਰ ਕੀਰਤਨ ਹੀ ਤ੍ਰਿਪਤਾਵੈ। ਪਾਤਸ਼ਾਹ ਕਹਿਣਗੇ ਦੂਜੀ ਉਹਦੀ ਭਾਵਨਾ ਹੁੰਦੀ ਹੈ ਮੈਂ ਗੁਰੂ ਦੇ ਦਰ ਤੇ ਜਾ ਕੇ ਸੇਵਾ ਕਰਾਂ। ਸੇਵਾ ਕਰਨ ਵਾਸਤੇ ਦੂਰ ਦੁਰਾਡੇ ਤੋਂ ਚੱਲ ਕੇ ਸੰਗਤਾਂ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਦਰ ਤੇ ਪਹੁੰਚਦੀਆਂ ਨੇ, ਕਿਉਂਕਿ ਹਰੇਕ ਗੁਰੂ ਦੇ ਸਿੱਖ ਦੀ ਭਾਵਨਾ ਇਹ ਹੈ, ਕਿਉਂਕਿ ਸੇਵਾ ਦੇ ਵਿੱਚੋਂ ਹੀ ਇਹ ਸਾਰੀਆਂ ਬਰਕਤਾਂ ਗੁਰੂ ਰਾਮਦਾਸ ਦੇ ਘਰ ਦੀਆਂ ਰਹਿਮਤਾਂ ਜਿਹੜੀਆਂ ਨੇ ਉਹ ਗੁਰੂ ਦੇ ਸਿੱਖ ਨੂੰ ਪ੍ਰਾਪਤ ਹੁੰਦੀਆਂ ਨੇ। ਦੂਰ ਦੁਰਾਡੇ ਤੋਂ ਚੱਲ ਕੇ, ਕਿਉਂਕਿ ਸਤਿਗੁਰ ਪਾਤਸ਼ਾਹ ਜੀ ਦੇ ਮੁਬਾਰਕ ਬਚਨ ਆਪਾਂ ਪੜ੍ਹਦੇ ਹਾਂ, ਸਾ ਸੇਵਾ ਕੀਤੀ ਸਫਲ ਹੈ ਜਿਤ ਸਤਿਗੁਰ ਕਾ ਮਨ ਮੰਨੇ। ਤੇ ਨਾਲ ਗੁਰੂ ਸਾਹਿਬ ਜੀ ਨੇ ਸੇਵਾ ਕਰਨ ਦਾ ਇੱਕ ਤਰੀਕਾ ਵੀ ਸਾਨੂੰ ਦੱਸਿਆ ਕਿ ਗੁਰੂ ਕੇ ਸਿੱਖ ਨੇ ਸੇਵਾ ਕਿਵੇਂ ਕਰਨੀ। ਸਾਹਿਬਾਂ ਨੇ ਉਦਾਹਰਨ ਦਿੱਤੀ। ਪਾਤਸ਼ਾਹ ਕਹਿਣਗੇ ਪਹਿਲੀ ਗੱਲ ਕਿ ਗੁਰੂ ਕੇ ਸਿੱਖ ਨੂੰ ਇੱਦਾਂ ਸੇਵਾ ਕਰਨੀ ਚਾਹੀਦੀ ਹੈ ਜਿਵੇਂ ਹਸਤੀ ਸਿਰ ਜਿਉ ਅੰਕਸ ਹੈ, ਅਹਰਨ ਜਿਉ ਸਿਰ ਦੇ, ਮਨ ਤਨ ਆਗਿਆ ਰਾਖ ਕੈ ਊ ਭੀ ਸੇਵ ਕਰੇ, ਇਉ ਗੁਰਮੁਖ ਆਪ ਨਿਵਾਰੀਐ ਸਭ ਰਾਜ ਸ੍ਰਿਸ਼ਟ ਕਾਲੇ। ਕਹਿੰਦੇ ਕਿ ਇਸੇ ਤਰ੍ਹਾਂ ਜਿਵੇਂ ਹਾਥੀ ਬਲਵਾਨ ਹੁੰਦਿਆਂ ਹੋਇਆਂ ਵੀ, ਤਾਕਤਵਰ ਹੁੰਦਿਆਂ ਹੋਇਆਂ ਵੀ ਆਪਣਾ ਮਾਣ ਛੱਡ ਕੇ, ਆਪਣੀ ਤਾਕਤ ਦਾ ਹੰਕਾਰ ਛੱਡ ਕੇ ਤੇ ਰਥਵਾਨ ਦੀ ਜਿਹੜਾ ਉਹ ਸੇਵਾ ਕਰਦਾ ਸਾਧ ਸੰਗਤ। ਹਾਥੀ ਜਿਹੜਾ ਆਪਣੀ ਤਾਕਤ ਦਾ ਹੰਕਾਰ ਨਹੀਂ ਕਰਦਾ, ਪਰ ਹਾਥੀ ਨੂੰ ਚਲਾਉਣ ਵਾਲਾ ਮਨੁੱਖ ਜਿਹੜਾ ਹੁੰਦਾ ਉਹ ਹਾਥੀ ਦੇ ਸਿਰ ਦੇ ਉੱਤੇ ਕੁੰਡੇ ਵੀ ਮਾਰਦਾ ਹੈ ਤੇ ਹਾਥੀ ਉਹਦਾ ਆਗਿਆਕਾਰੀ ਹੋ ਕੇ ਫਿਰ ਵੀ ਉਹਦੀ ਸੇਵਾ ਕਰਦਾ, ਬਲਕਿ ਉਹ ਹਾਥੀ ਦੀ ਲੱਤ ਜਿੰਨਾ ਹੁੰਦਾ ਹੈ। ਗੁਰੂ ਸਾਹਿਬ ਜੀ ਕਹਿੰਦੇ ਇਸੇ ਤਰ੍ਹਾਂ ਜੇ ਕੋਈ ਮਨੁੱਖ ਰਾਜ ਮਿਲਖ ਸਿੱਖਦਾਰੀਆਂ ਅਗਨੀ ਮੈਂ ਜਾਲ, ਸੰਤ ਜਨਾ ਕਾ ਸ਼ੋਹਰਾ ਤਿਸ ਚਰਨੀ ਲਾਗ, ਮਾਇਆ ਧਾਰੀ ਛਤਰਪਤ ਤਿਨ ਛੋਡੂ ਤਿਆਗ। ਤੇ ਜੇ ਕੋਈ ਗੁਰੂ ਕਾ ਸਿੱਖ ਇਸੇ ਤਰ੍ਹਾਂ ਆਪਣਾ ਮਾਣ, ਆਪਣਾ ਹੰਕਾਰ ਇਹ ਛੱਡ ਕੇ ਗੁਰੂ ਦੇ ਦਰ ਤੇ ਆ ਕੇ ਸੇਵਾ ਕਰਦਾ ਹੈ ਤੇ ਸੱਚ ਜਾਣਿਓ ਗੁਰੂ ਸਾਹਿਬ ਜੀ ਕਹਿੰਦੇ ਇਉਂ ਗੁਰਮੁਖ ਆਪ ਨਿਵਾਰੀਏ। ਕਹਿੰਦੇ ਜੇ ਕਿਤੇ ਗੁਰੂ ਕਾ ਸਿੱਖ ਵੀ ਇੱਦਾਂ ਗੁਰੂ ਦੇ ਦਰ ਤੇ ਨਿਭ ਕੇ ਸੇਵਾ ਕਰ ਲਵੇ ਤੇ ਪਾਤਸ਼ਾਹ ਕਹਿਣਗੇ ਇਸੇ ਤਰ੍ਹਾਂ ਫਿਰ ਗੁਰੂ ਦੇ ਸਿੱਖ ਨੂੰ ਸਭ ਰਾਜ ਸ੍ਰਿਸ਼ਟ ਕਾ ਲੇ, ਕਹਿੰਦੇ ਕਿ ਸਾਰੀ ਸ੍ਰਿਸ਼ਟੀ ਦਾ ਰਾਜ ਭਾਗ ਪ੍ਰਾਪਤ ਹੋ ਜਾਂਦਾ ਹੈ। ਏਡੀਆਂ ਵੱਡੀਆਂ ਬਖਸ਼ਿਸ਼ਾਂ ਗੁਰੂ ਦੇ ਦਰ ਦੀ ਸੇਵਾ ਦੇ ਵਿੱਚੋਂ ਪ੍ਰਾਪਤ ਹੁੰਦੀਆਂ ਨੇ। ਜੇ ਸੇਵਾ ਦੀ ਗੱਲ ਕਰੀਏ ਨਾ ਸਾਧ ਸੰਗਤ, ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਘਰ ਦੇ ਲੰਗਰਾਂ ਦਾ ਜਿਹੜਾ ਪ੍ਰਬੰਧ ਹੈ ਨਾ, ਜੇ ਅਸੀਂ ਕਹੀਏ ਨਾ ਕਿ ਸ਼੍ਰੋਮਣੀ ਕਮੇਟੀ ਚਲਾ ਸਕਦੀ ਹੈ, ਨਹੀਂ ਚਲਾਇਆ ਜਾ ਸਕਦਾ। ਇਹ ਸੰਗਤਾਂ ਹੀ ਚਲਾਉਂਦੀਆਂ ਨੇ ਤੇ ਸੰਗਤਾਂ ਦੇ ਦੁਆਰਾ ਹੀ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਦਰ ਘਰ ਦੇ ਏਡੇ ਵੱਡੇ ਲੰਗਰ ਦੇ ਪ੍ਰਬੰਧ ਚੱਲਦੇ ਨੇ। ਦੂਰ ਦੁਰਾਡੇ ਤੋਂ ਚੱਲ ਕੇ ਆ ਕੇ ਸੰਗਤਾਂ ਸੇਵਾ ਕਰਦੇ ਨੇ, ਕਿਉਂਕਿ ਸੇਵਾ ਦੇ ਵਿੱਚੋਂ ਹੀ ਸਾਰੀਆਂ ਬਰਕਤਾਂ ਮਿਲਦੀਆਂ। ਜੇ ਆਪਾਂ ਗੱਲ ਕਰੀਏ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੀ ਤੇ ਸਾਧ ਸੰਗਤ
ਜਿਸ ਵਕਤ ਲਾਹੌਰ ਤੋਂ ਆਏ ਰਿਸ਼ਤੇਦਾਰਾਂ ਨੇ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਨੂੰ ਮਿੱਟੀ ਦੀ ਟੋਕਰੀ ਢੋਂਦਿਆਂ ਵੇਖ ਕਰਕੇ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੂੰ ਮਿਹਣੇ ਕਮੇਣੇ ਮਾਰੇ ਨਾ, ਤੇ ਗੁਰੂ ਰਾਮਦਾਸ ਮਹਾਰਾਜ ਜੀ ਨੇ ਭਾਈ ਜੇਠਾ ਜੀ ਨੇ ਓਲੇ ਹੋ ਕੇ ਵੱਜਦੇ ਹੋਏ ਸਾਰੇ ਮਿਹਣੇ ਆਪਣੇ ਕੰਨਾਂ ਦੇ ਨਾਲ ਸੁਣੇ। ਅਖੀਰ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਨੇ ਭਾਈ ਜੇਠਾ ਜੀ ਨੇ ਗੁਰੂ ਅਮਰਦਾਸ ਜੀ ਦੇ ਚਰਨਾਂ ਵਿੱਚ ਜਦੋਂ ਰਿਸ਼ਤੇਦਾਰ ਪਾਸੇ ਹੋਏ, ਚਰਨਾਂ ਵਿੱਚ ਬੇਨਤੀ ਕੀਤੀ। ਕਹਿਣਗੇ ਪਾਤਸ਼ਾਹ, ਮੈਂ ਆਪ ਜੀ ਦੇ ਚਰਨਾਂ ਵਿੱਚ ਇੱਕ ਬੇਨਤੀ ਕਰਨੀ ਚਾਹੁੰਦਾ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਕਿਹੜੀ? ਕਹਿੰਦੇ ਜੀ ਆ ਜਿਹੜੇ ਮੇਰੇ ਰਿਸ਼ਤੇਦਾਰ ਲਾਹੌਰ ਤੋਂ ਚੱਲ ਕੇ ਆਏ ਨੇ ਨਾ, ਇਹਨਾਂ ਮੂਰਖਾਂ ਨੂੰ ਕੀ ਪਤਾ ਕਿ ਟੋਕਰੀ ਦੀ ਸੇਵਾ ਵਿੱਚ ਕਿੱਡੀਆਂ ਵੱਡੀਆਂ ਬਰਕਤਾਂ ਹੁੰਦੀਆਂ ਨੇ, ਕਿ ਗੁਰੂ ਘਰ ਦੀ ਸੇਵਾ ਕਰਨ ਦੇ ਦੁਆਰਾ ਸਤਿਗੁਰੂ ਦੇ ਦਰ ਦੀਆਂ ਕਿਹੜੀਆਂ ਰਹਿਮਤਾਂ ਪ੍ਰਾਪਤ ਹੁੰਦੀਆਂ ਨੇ। ਇਹ ਗੱਲ ਇਹ ਮੂਰਖ ਨਹੀਂ ਜਾਣਦੇ, ਪਰ ਮੇਰੇ ਪਾਤਸ਼ਾਹ ਮੇਰੇ ਤੇ ਕਿਰਪਾ ਜ਼ਰੂਰ ਕਰਿਓ। ਇਹਨਾਂ ਮੂਰਖਾਂ ਦੀਆਂ ਗੱਲਾਂ ਵਿੱਚ ਆ ਕੇ ਕਦੇ ਮੇਰੇ ਤੋਂ ਟੋਕਰੀ ਦੀ ਸੇਵਾ ਨਾ ਖੋਹ ਲਿਓ। ਇਹ ਬਚਨ ਕਹੇ ਧੰਨ ਗੁਰੂ ਰਾਮਦਾਸ ਮਹਾਰਾਜ ਜੀ। ਤੇ ਫਿਰ ਇਹ ਸੇਵਾ ਦੀ ਬਰਕਤ ਸੀ ਨਾ ਸਾਧ ਸੰਗਤ, ਜਿਸ ਵਕਤ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਜਿਨ੍ਹਾਂ ਦੇ ਬਾਰੇ ਲੋਕ ਗੱਲ ਕਰਦੇ ਸਨ ਕਿ ਗੁਰੂ ਰਾਮਦਾਸ ਮਹਾਰਾਜ ਜੀ ਨੂੰ ਤੇ ਗੁਰੂ ਨਾਨਕ ਦੇ ਘਰ ਵਿੱਚ ਇਹ ਆ ਕੇ ਮਿੱਟੀ ਦੀ ਟੋਕਰੀ ਢੋਂਦੇ ਨੇ, ਇੱਥੋਂ ਕੀ ਪ੍ਰਾਪਤ ਹੋ ਜਾਵੇਗਾ। ਪਰ ਜਦੋਂ ਗੁਰੂ ਸੇਵਾ ਦੇ ਉੱਤੇ ਤਰੁੱਟ ਕੇ ਬਖਸ਼ਿਸ਼ਾਂ ਕਰਨ ਤੇ ਆਉਂਦਾ ਹੈ ਸਾਧ ਸੰਗਤ, ਅੱਜ ਦੇ ਸ਼ਬਦ ਵਿੱਚ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਸੇਵਾ ਦੀ ਮਹਾਨਤਾ ਬਿਆਨ ਕਰਦੇ। ਇੱਕ ਦਿਨ ਸਮਾਂ ਆਇਆ ਸਾਧ ਸੰਗਤ, ਉਸੇ ਸੇਵਾ ਦੇ ਸਦਕਾ ਇੱਕ ਦਿਨ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਖਲੋਤੇ ਨੇ ਤੇ ਕੋਲ ਉਹਨਾਂ ਦੇ ਮਹਿਲ ਬੀਬੀ ਮਨਸਾ ਦੇਵੀ ਜੀ ਖੜੇ ਨੇ। ਗੱਲ ਚੱਲ ਪਈ ਸਾਧ ਸੰਗਤ। ਬੀਬੀ ਮਨਸਾ ਦੇਵੀ ਨੇ ਕਿਹਾ, ਪਤੀ ਦੇਵ, ਸਾਡੀ ਬੱਚੀ ਬੀਬੀ ਭਾਨੀ ਜਵਾਨ ਹੋ ਗਈ ਤੇ ਕਿਉਂ ਨਾ ਹੋਵੇ ਆਪਾਂ ਆਪਣੀ ਬੱਚੀ ਵਾਸਤੇ ਕੋਈ ਯੋਗ ਵਰ ਘਰ ਵੇਖੀਏ। ਤੇ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੇ ਸੁਭਾਵਿਕ ਤੌਰ ਤੇ ਗੱਲ ਕੀਤੀ। ਕਹਿਣ ਲੱਗੇ ਫਿਰ ਆਪਣੀ ਬੱਚੀ ਵਾਸਤੇ ਸੁਭਾਗ ਸੰਜੋਗ ਕੈਸਾ ਹੋਣਾ ਚਾਹੀਦਾ। ਉਧਰੋਂ ਭਾਈ ਜੇਠਾ ਜੀ ਲਿਬੜੇ ਤੇ ਬੜੇ ਹੋਏ ਕੱਪੜੇ, ਸਿਰ ਦੇ ਉੱਤੇ ਚੁੱਕੀ ਹੋਈ ਮਿੱਟੀ ਦੀ ਟੋਕਰੀ, ਤੁਰੇ ਆ ਰਹੇ ਸਨ ਨਿਮਰਤਾ ਤੇ ਹਲੀਮੀ ਦੇ ਨਾਲ। ਹਿਰਦਾ ਗਦਗਦ ਹੋਇਆ ਪਿਆ ਸੀ। ਤੁਰਦਿਆਂ ਆਉਂਦਿਆਂ ਵੇਖ ਕੇ ਤੇ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੇ ਜਦੋਂ ਗੱਲ ਪੁੱਛੀ ਨਾ ਕਿ ਲੜਕਾ ਕਿਹੋ ਜਿਹਾ ਹੋਣਾ ਚਾਹੀਦਾ, ਤੇ ਇਸ਼ਾਰਾ ਕੀਤਾ ਭਾਈ ਜੇਠਾ ਜੀ ਵੱਲ। ਕਹਿਣ ਲੱਗੇ ਵੀ ਜੇ ਸਾਡੀ ਬੱਚੀ ਵਾਸਤੇ ਕੋਈ ਲੜਕਾ ਚਾਹੀਦਾ ਨਾ, ਇੱਦਾਂ ਦਾ ਸੋਹਣਾ ਸੁਨੱਖਾ, ਇੱਦਾਂ ਦਾ ਹੋਣਹਾਰ ਤੇ ਇੱਦਾਂ ਦਾ ਪਿਆਰਾ ਨਿਮਰਤਾ ਵਾਲਾ ਲੜਕਾ ਸਾਡੀ ਬੱਚੀ ਵਾਸਤੇ ਚਾਹੀਦਾ। ਕਹਿਣ ਲੱਗੇ ਕੈਸਾ? ਇਸ਼ਾਰਾ ਕੀਤਾ ਭਾਈ ਜੇਠਾ ਜੀ ਵੱਲ, ਜਿਹੋ ਜਿਹਾ ਭਾਈ ਜੇਠਾ ਤੁਰਿਆ ਆ ਰਹੇ। ਇੰਜ ਕਹਿ ਦਈਏ ਸਾਧ ਸੰਗਤ, ਭਾਈ ਜੇਠਾ ਜੀ ਵੱਲ ਇਸ਼ਾਰਾ ਕਰਕੇ ਇਹ ਗੱਲ ਕਹੀ ਤੇ ਗੁਰੂ ਅਮਰਦਾਸ ਜੀ ਨੇ ਆਵਾਜ਼ ਮਾਰ ਕੇ ਕੋਲ ਆ ਕੇ ਕਿਹਾ। ਕਹਿਣ ਲੱਗੇ ਪੁੱਤਰਾ, ਤੇਰੇ ਨਾਲ ਇੱਕ ਗੱਲ ਕਰਨੀ ਚਾਹੁੰਦੇ ਆ। ਭਾਈ ਜੇਠਾ ਜੀ ਨੇ ਟੋਕਰੀ ਥੱਲੇ ਰੱਖੀ। ਕਹਿਣ ਲੱਗੇ ਹਾਂਜੀ ਸਤਿਗੁਰੂ। ਕਹਿੰਦੇ ਭਾਈ ਜੇਠਿਆ ਸਾਡਾ ਜਵਾਈ ਬਣੇ। ਜਵਾਈ ਬਣੇਗਾ? ਭਾਈ ਜੇਠਾ ਜੀ ਦੇ ਪੈਰਾਂ ਥੱਲੋਂ ਜ਼ਮੀਨ ਨਿਕਲ ਗਈ ਸਾਧ ਸੰਗਤ, ਕਿਉਂਕਿ ਇਹ ਗੱਲ ਕਦੇ ਮਨ ਵਿੱਚ ਸੋਚੀ ਨਹੀਂ ਸੀ ਕਿ ਮੈਨੂੰ ਸੇਵਾ ਕਰਕੇ ਏਡੀਆਂ ਵੱਡੀਆਂ ਬਖਸ਼ਿਸ਼ਾਂ ਵੀ ਗੁਰੂ ਰੱਬ ਦੇ ਘਰ ਦੇ ਵਿੱਚੋਂ, ਗੁਰੂ ਅਮਰਦਾਸ ਜੀ ਦੇ ਦਰ ਵਿੱਚੋਂ ਪ੍ਰਾਪਤ ਹੋ ਸਕਦੀਆਂ ਨੇ। ਔਰ ਸਾਧ ਸੰਗਤ ਜਦੋਂ ਇੰਨੀ ਗੱਲ ਕਹੀ ਨਾ, ਸਾਡਾ ਜਵਾਈ ਬਣੇਗਾ, ਨਿਮਰਤਾ ਸਹਿਤ ਸਤਿਗੁਰੂ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਸੀਸ ਝੁਕਾਇਆ ਤੇ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੇ ਉਸੇ ਵਕਤ ਲਾਗੇ ਖੜੇ ਕੋਲ ਮਹਿਲ ਨੇ ਬੀਬੀ ਮਨਸਾ ਦੇਵੀ ਜੀ, ਉਹ ਕਹਿਣ ਲੱਗੇ ਪਤੀ ਦੇਵ, ਵੈਸੇ ਤੇ ਤੁਹਾਡਾ ਫੈਸਲਾ ਅਟੱਲ ਹੈ, ਪਰ ਮੈਂ ਫਿਰ ਵੀ ਤੁਹਾਡੇ ਚਰਨਾਂ 'ਚ ਇੱਕ ਬੇਨਤੀ ਕਰਨੀ ਚਾਹੁੰਦੀ ਹਾਂ। ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਦੱਸੋ। ਕਹਿਣ ਲੱਗੇ ਜਦੋਂ ਆਪਾਂ ਆਪਣੇ ਜਿਗਰ ਦੇ ਟੁਕੜੇ ਨੂੰ ਕਿਸੇ ਦੇ ਘਰ ਦਾ ਸ਼ਿੰਗਾਰ ਬਣਾਈਏ ਨਾ, ਤੇ 2-3 ਚੀਜ਼ਾਂ ਖਾਸ ਕਰਕੇ ਨੋਟ ਕਰਦੇ ਆ ਵੀ ਉਹਨਾਂ ਦਾ ਘਰ ਕੈਸਾ ਹੈ। ਦੂਸਰੀ ਗੱਲ ਨੋਟ ਕਰਦੇ ਆ ਉਹ ਖਾਂਦੇ ਪੀਂਦੇ ਕੈਸਾ ਨੇ, ਤੇ ਤੀਸਰੀ ਗੱਲ ਨੋਟ ਕਰਦੇ ਆ ਉਹ ਪਹਿਨਦੇ ਕੈਸਾ ਨੇ। ਤੇ ਮੈਂ ਪਹਿਲੀ ਗੱਲ ਬੇਨਤੀ ਕਰਨੀ ਚਾਹੁੰਦੀ ਆ, ਪਤੀ ਦੇਵ, ਜਿਹਦੇ ਲੜ ਤੁਸੀਂ ਬੱਚੀ ਨੂੰ ਲਾਉਣ ਦਾ ਫੈਸਲਾ ਕੀਤਾ, ਇਹ ਗੱਲ ਤਾਂ ਤੁਹਾਡੀ ਅਟੱਲ ਹੈ, ਪਰ ਮੈਂ ਇੱਕ ਗੱਲ ਕਹਿਣੀ ਚਾਹੁੰਦੀ ਆ। ਹੋ ਸਕਦਾ ਜਿਵੇਂ ਇੱਕ ਮਾਂ ਆਪਣੀ ਧੀ ਵਾਸਤੇ ਰੱਬ ਦੇ ਘਰ ਵਿੱਚੋਂ ਕੁਝ ਮੰਗ ਰਹੀ ਹੋਵੇ ਨਾ, ਇੱਦਾਂ ਬੀਬੀ ਮਨਸਾ ਦੇਵੀ ਨੇ ਗੱਲ ਕਹਿ ਦਿੱਤੀ। ਕਹਿਣ ਲੱਗੇ ਪਤੀ ਦੇਵ, ਅੱਜ ਇਹਦੇ ਲੜ ਆਪਾਂ ਜਿਗਰ ਦਾ ਟੁਕੜਾ ਲਾ ਰਹੇ ਆ ਨਾ,
ਇਹਦੇ ਵਿਚਾਰੇ ਕੋਲ ਤੇ ਅਜੇ ਤੱਕ ਆਪਣਾ ਘਰ ਹੀ ਕੋਈ ਨਹੀਂ। ਵੇਖੋ ਸਾਧ ਸੰਗਤ, ਗੱਲ ਚੱਲੀ ਸੇਵਾ ਦੀ, ਕਹਿਣਗੇ ਇਹਦੇ ਵਿਚਾਰੇ ਕੋਲ ਤੇ ਆਪਣਾ ਘਰ ਹੀ ਕੋਈ ਨਹੀਂ। ਤੇ ਜਦੋਂ ਇੰਨੀ ਗੱਲ ਕਹੀ ਨਾ, ਤੇ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੇ ਬੜੇ ਪਿਆਰੇ ਬੋਲ ਕੇ ਕਹਿਣਗੇ, ਮਨਸਾ ਦੇਵੀ ਤੂੰ ਕਹਿੰਦੀ ਆ ਇਹਦੇ ਕੋਲ ਆਪਣਾ ਘਰ ਕੋਈ ਨਹੀਂ। ਦੁਨੀਆ ਦੇ ਲੋਕਾਂ ਦੇ ਘਰ ਬਣਦੇ ਨੇ ਪਰ ਸਮਾਂ ਪਾ ਕੇ ਢਹਿ ਜਾਂਦੇ ਨੇ। ਉਹ ਜਿਹੜਾ ਭਾਈ ਜੇਠੇ ਦਾ ਘਰ ਹੋਵੇਗਾ ਨਾ, ਉਹ ਜੁਗੋ ਜੁਗ ਅਟਲ ਰਹਿਣ ਵਾਲਾ ਹੋਵੇਗਾ ਜੀ। ਔਰ ਸਾਧ ਸੰਗਤ, ਇਹ ਗੱਲ ਹਕੀਕਤ ਹੈ ਕਿ ਲੋਕਾਂ ਦੇ ਘਰ ਬਣਦੇ ਨੇ, ਵੱਧ ਤੋਂ ਵੱਧ ਬੁਨਿਆਦ 100 ਸਾਲ ਦੀ ਹੁੰਦੀ ਹੈ। ਬੜਾ ਵੀ ਵਧੀਆ ਮਟੀਰੀਅਲ ਪਾ ਲਈਏ, ਜੇ ਘਰ ਦੇ ਲਾਗੋਂ ਦੀ ਪਾਣੀ ਦੀ ਨਾਲੀ ਵੀ ਲੰਘਦੀ ਹੋਵੇ ਨਾ, ਤੇ ਘਰ ਦੇ ਅੰਦਰ ਸੀਲਿੰਗ ਆ ਜਾਂਦੀ। ਤੁਸੀਂ ਦਰਬਾਰ ਸਾਹਿਬ ਜਾ ਕੇ ਵੇਖੋ, ਜਿੱਥੇ ਆਪਾਂ ਗੁਰੂ ਰਾਮਦਾਸ ਦੇ ਘਰ ਦੇ ਦਰਸ਼ਨ ਕਰਦੇ ਹਾਂ ਸਾਧ ਸੰਗਤ, ਆਪਾਂ ਆਪ ਮੁਹਾਰੇ ਮੁਖ ਤੋਂ ਬਚਨ ਕਹਿੰਦੇ ਆ, ਡਿੱਠੇ ਸਭੇ ਥਾਵ ਨਹੀਂ ਤੁਧ ਜਿਹਿਆ। ਮੇਰੇ ਪਾਤਸ਼ਾਹ, ਦੁਨੀਆ ਦੇ ਦਰ ਤਾਂ ਬੜੇ ਵੇਖੇ, ਪਰ ਤੇਰੇ ਘਰ ਵਰਗਾ ਦੁਨੀਆ ਤੇ ਦਰ ਕੋਈ ਨਹੀਂ ਵੇਖਿਆ। ਔਰ ਸਾਧ ਸੰਗਤ, ਪਾਣੀ ਦੀ ਨਾਲੀ ਵੀ ਲੰਘਦੀ ਹੋਵੇ ਤੇ ਸੀਲਿੰਗ ਆ ਜਾਂਦੀ ਹੈ, ਪਰ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦਾ ਘਰ ਜਿਹੜਾ ਜੁਗਾਂ ਜੁਗੰਤਰਾਂ ਤੋਂ ਪਾਣੀ ਦੇ ਵਿਚਕਾਰ ਖੜਾ, ਤੁਹਾਨੂੰ ਕਿਤੇ ਪਾਣੀ ਦੀ ਸੀਲਿੰਗ ਅੰਦਰ ਭਾਵੇਂ ਉੱਪਰ ਤੱਕ ਜਾ ਕੇ ਵੇਖਣਾ, ਇਮਾਰਤ ਦੇ ਅੰਦਰ ਨਜ਼ਰ ਨਹੀਂ ਆਵੇਗੀ। ਇੰਜੀਨੀਅਰਾਂ ਨੂੰ ਇਹ ਗੱਲ ਪੁੱਛੀ ਗਈ, ਕਿਉਂਕਿ ਹਰ ਸਾਲ ਸ਼੍ਰੋਮਣੀ ਕਮੇਟੀ ਯਤਨ ਕਰਦੀ ਹੈ ਕਿ ਇਮਾਰਤ ਦਾ ਮਟੀਰੀਅਲ ਜਿਹੜਾ ਉਹ ਬਾਰ-ਬਾਰ ਚੈੱਕ ਕੀਤਾ ਜਾਵੇ, ਕੱਲ੍ਹ ਨੂੰ ਕੋਈ ਹਾਦਸਾ ਨਾ ਵਾਪਰੇ। ਔਰ ਇੰਜੀਨੀਅਰਾਂ ਨੂੰ ਇਹ ਗੱਲ ਕਹੀ ਵੀ ਇਹਦੀ ਕਰਾਮਾਤ ਕੀ ਹੈ, ਤੇ ਉਹਨਾਂ ਨੇ ਇੱਕ ਗੱਲ ਕਹੀ, ਕਹਿੰਦੇ ਜਿਹੋ ਜਿਹਾ ਚੂਨਾ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਘਰ ਨੂੰ ਲੱਗਿਆ ਹੋਇਆ ਹੈ ਨਾ, ਅਸੀਂ ਹਜ਼ਾਰਾਂ ਇੰਜੀਨੀਅਰ ਰਲ ਕੇ ਵੀ ਇੱਦਾਂ ਦਾ ਚੂਨਾ ਤਿਆਰ ਕਰਕੇ ਇੱਦਾਂ ਦੀ ਬਿਲਡਿੰਗ ਨਹੀਂ ਬਣਾ ਸਕਦੇ। ਕਿਉਂਕਿ ਜਦੋਂ ਗੁਰੂ ਸਾਹਿਬ ਜੀ ਨੇ ਇਸ ਘਰ ਦੀ ਨੀਂਹ ਰੱਖੀ, ਔਰ ਇਹਦੇ ਅੰਦਰ ਕਾਲੀਆਂ ਮਿਰਚਾਂ ਤੇ ਹੋਰ ਪਤਾ ਨਹੀਂ ਕਿਹੜੇ ਕਿਹੜੇ ਐਸੇ ਮਸਾਲੇ ਪੀਸ ਕੇ ਪਾਏ, ਜਿਹੜੇ ਪਾਣੀ ਨੂੰ ਨੇੜੇ ਨਹੀਂ ਛੂਹਣ ਦਿੰਦੇ। ਇਹ ਬਰਕਤਾਂ ਨੇ ਧੰਨ ਗੁਰੂ ਰਾਮਦਾਸ ਦੇ ਘਰ ਦੀਆਂ। ਤੇ ਜਿਹੜੇ ਬਚਨ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੇ ਕਹੇ ਕਿ ਲੋਕਾਂ ਦੇ ਘਰ ਬਣਦੇ ਨੇ, ਸਮਾਂ ਪਾ ਕੇ ਢਹਿ ਜਾਂਦੇ ਨੇ, ਪਰ ਗੁਰੂ ਰਾਮਦਾਸ ਦਾ ਘਰ ਜੁਗੋ ਜੁਗ ਅਟਲ ਰਹਿਣ ਵਾਲਾ ਹੋਵੇਗਾ। ਔਰ ਦੂਸਰਾ ਬਚਨ ਕਿਹਾ, ਕਹਿਣਗੇ ਠੀਕ ਹੈ ਪਤੀ ਦੇਵ, ਇਹਦਾ ਘਰ ਬਣ ਜਾਵੇਗਾ, ਪਰ ਇਹ ਆਪ ਕੀ ਖਾਵੇਗਾ ਤੇ ਸਾਡੀ ਬੱਚੀ ਨੂੰ ਕੀ ਖਵਾਵੇਗਾ। ਔਰ ਸਾਧ ਸੰਗਤ, ਦੂਜੀ ਗੱਲ ਕਹੀ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੇ, ਕਹਿਣਗੇ ਮਨਸਾ ਦੇਵੀ ਲੋਕਾਂ ਦੇ ਘਰ ਪ੍ਰਾਹੁਣੇ ਆਉਂਦੇ ਨੇ, 4 ਵੱਧ ਆ ਜਾਣ ਤੇ ਕਈ ਵਾਰੀ ਭੁੱਖੇ ਵੀ ਚਲਾ ਜਾਂਦੇ ਨੇ, ਪਰ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਘਰ ਦੇ ਅੰਦਰ ਕੋਈ ਭੁੱਖਾ ਆ ਤੇ ਸਕਦਾ ਹੈ, ਪਰ ਕਦੇ ਕੋਈ ਇਹਦੇ ਦਰ ਤੋਂ ਭੁੱਖਾ ਵਾਪਸ ਨਹੀਂ ਜਾਵੇਗਾ। ਔਰ ਸਾਧ ਸੰਗਤ, ਅੱਜ 22 ਕੁਆਂਟਲ ਦੇ ਕਰੀਬ ਚੌਲ ਇੱਕ ਦਿਨ 'ਚ ਲੱਗ ਜਾਂਦੇ ਨੇ, ਤੇ ਲੱਖਾਂ ਦੀ ਤਾਦਾਦ ਅੰਦਰ ਸੰਗਤਾਂ ਆ ਕੇ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਘਰ ਦੇ ਅੰਦਰੋਂ ਲੰਗਰ ਛਕਦੀਆਂ ਨੇ। ਇਹ ਬਚਨ ਕਹੇ ਸਨ ਧੰਨ ਗੁਰੂ ਅਮਰਦਾਸ ਮਹਾਰਾਜ ਜੀ। ਤੇ ਤੀਸਰੀ ਗੱਲ ਕਹੀ ਸਾਧ ਸੰਗਤ, ਬੀਬੀ ਮਨਸਾ ਦੇਵੀ ਕਹਿਣਗੇ ਪਤੀ ਦੇਵ ਠੀਕ ਹੈ, ਤੁਹਾਡੇ ਹੁਕਮਾਂ ਦੇ ਅਨੁਸਾਰ ਇਹਦੇ ਘਰ ਦੇ ਅੰਦਰ ਲੰਗਰ ਦੀ ਵੀ ਕਿਸੇ ਪ੍ਰਕਾਰ ਦੀ ਕੋਈ ਤੋਟ ਨਹੀਂ ਆਵੇਗੀ, ਪਰ ਇਹ ਵਿਚਾਰਾ ਆਪ ਕੀ ਪਹਿਨੇਗਾ ਤੇ ਸਾਡੀ ਬੱਚੀ ਨੂੰ ਕੀ ਪਹਿਨਾਵੇਗਾ। ਔਰ ਤੀਸਰਾ ਬਚਨ ਕਿਹਾ ਧੰਨ ਗੁਰੂ ਅਮਰਦਾਸ ਮਹਾਰਾਜ ਨੇ, ਕਹਿਣਗੇ ਮਨਸਾ ਦੇਵੀ ਭਾਈ ਜੇਠੇ ਦੇ ਘਰ ਦੇ ਅੰਦਰ ਆਉਣ ਵਾਲਾ ਸਮਾਂ ਆਵੇਗਾ, ਬਸਤਰਾਂ ਦੇ ਅੰਬਾਰ ਲੱਗੇ ਰਹਿਣਗੇ। ਔਰ ਸਾਧ ਸੰਗਤ, ਅੱਜ ਦੁਨੀਆ ਦੇ ਇਤਿਹਾਸ ਵਿੱਚ ਜੇ ਨੇਤਾ ਪ੍ਰਤੀ ਕਿਸੇ ਦਰ ਦੇ ਉੱਤੇ ਲੱਖ ਰੁਪਈਏ ਤੋਂ ਲੈ ਕੇ 3-3 ਲੱਖ ਰੁਪਈਏ ਤੱਕ ਦੇ ਇਹ ਚੰਦੋਆ ਸੈੱਟ ਤਿਆਰ ਹੋ ਕੇ ਕਿਸੇ ਦਰ ਤੇ ਲੱਗਦੇ ਨੇ, ਤੇ ਉਹ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਦਰ ਤੇ ਲੱਗਦੇ। ਤੇ ਚੌਥਾ ਮਿਹਣਾ ਦੁਨੀਆ ਦੇ ਲੋਕ ਮਾਰਦੇ ਸਨ। ਦੁਨੀਆ ਦੇ ਲੋਕ ਕਹਿੰਦੇ ਸਨ ਕਿ ਇਸ ਨਿਮਾਣੇ ਦੇ ਨਾਲ, ਇਸ ਨਿਥਾਵੇਂ ਦੇ ਨਾਲ, ਇਹਦੇ ਅਨਾਥ ਦੇ ਨਾਲ ਕੌਣ ਆਪਣੀ ਬੱਚੀ ਦਾ ਸੰਜੋਗ ਜੋੜੇਗਾ। ਪਰ ਅੱਜ ਕੱਲ੍ਹ ਸਾਧ ਸੰਗਤ, ਜਿੰਨਾ ਚਿਰ ਧੰਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਬਚਨ ਨਹੀਂ ਪੜ੍ਹੇ ਜਾਂਦੇ, ਉਹਨਾਂ ਚਿਰ ਦੁਨੀਆ ਦੇ ਲੋਕਾਂ ਦੇ ਸੰਜੋਗ ਨਹੀਂ ਜੁੜਦੇ। ਇਹ ਸਾਰੀਆਂ ਬਰਕਤਾਂ ਸਾਧ ਸੰਗਤ ਸੇਵਾ ਦੀਆਂ ਨੇ। ਜਿਹੜੀ ਸੇਵਾ ਦੀ ਟੋਕਰੀ ਢੋਣ ਤੋਂ ਬਾਅਦ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਨੇ ਗੁਰੂ ਅਮਰਦਾਸ ਜੀ ਦੇ ਚਰਨਾਂ 'ਚ ਬੇਨਤੀ ਕੀਤੀ ਸੀ, ਪਾਤਸ਼ਾਹ ਇਹਨਾਂ ਮੂਰਖਾਂ ਨੂੰ ਇਹ ਪਤਾ ਨਹੀਂ
ਇਹ ਟੋਕਰੇ ਦੀ ਸੇਵਾ ਦੇ ਵਿੱਚ ਬਰਕਤਾਂ ਕਿੰਨੀਆਂ ਭਰੀਆਂ ਪਈਆਂ। ਇਹ ਸੇਵਾ ਦਾ ਮਹੱਤਵ ਹੈ। ਧੰਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਨੇ ਜੋ ਗੁਰੂ ਨਾਨਕ ਦੇ ਘਰ ਦੇ ਅੰਦਰ ਸੇਵਾ ਕੀਤੀ, ਧੰਨ ਗੁਰੂ ਅਮਰਦਾਸ ਜੀ ਦੇ ਚਰਨਾਂ ਵਿੱਚ ਰਹਿ ਕੇ ਉਹਦਾ ਫਲ ਪ੍ਰਾਪਤ ਹੋਇਆ। ਤੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਅੱਜ ਦੇ ਮੁਬਾਰਕ ਬਚਨ ਵਿੱਚ ਇਹ ਅੰਮ੍ਰਿਤਮਈ ਬਚਨ ਕੇ ਕਹਿਣਗੇ, ਵੇਖੋ ਹਰੀ ਦੇ ਜਨ ਨੂੰ ਚੰਗਾ ਹੀ ਇਹ ਲੱਗਦਾ ਹੈ, ਜਿਹਦੇ ਮਨ ਵਿੱਚ ਰੱਬ ਦੇ ਪਿਆਰ ਦੀ ਭਾਵਨਾ ਹੋਵੇ ਉਹ ਤੇ ਇੱਕੋ ਗੱਲ ਚਾਹੁੰਦਾ ਕਿ ਮੈਂ ਆਪਣੇ ਗੁਰੂ ਦੇ ਦਰ ਤੇ ਜਾ ਕੇ ਗੁਰੂ ਕੀ ਸੰਗਤ ਦੀ ਸੇਵਾ ਕਰਕੇ ਗੁਰੂ ਨਾਨਕ ਦੇ ਘਰ ਦੀਆਂ, ਰੱਬ ਦੇ ਘਰ ਦੀਆਂ ਬਖਸ਼ਿਸ਼ਾਂ ਪ੍ਰਾਪਤ ਕਰ ਲਵਾਂ। ਤੇ ਤੀਸਰੀ ਗੱਲ ਪਾਤਸ਼ਾਹ ਕਹਿਣਗੇ, ਹਰ ਕੀਰਤਨ ਹੀ ਤ੍ਰਿਪਤਾਵੈ। ਗੁਰੂ ਕੇ ਸਿੱਖ ਨੂੰ ਲੱਖਾਂ ਰੁਪਈਏ ਦੇ ਦੇਵੇ ਕੋਈ ਤੇ ਸਾਧ ਸੰਗਤ ਤਾਂ ਵੀ ਤ੍ਰਿਪਤੀ ਨਹੀਂ ਆਉਂਦੀ, ਅਰਬਾਂ ਵੀ ਦੇ ਦੇਵੇ ਤਾਂ ਵੀ ਤ੍ਰਿਪਤੀ ਨਹੀਂ ਆਉਂਦੀ, ਕਿਉਂਕਿ ਜਿਹੜਾ ਮਨੁੱਖ ਸੰਸਾਰ ਦੇ ਉੱਤੇ ਭੁੱਖਾ ਹੈ, ਕਿਉਂਕਿ ਸਾਧ ਸੰਗਤ ਉਹ ਕਦੇ ਵੀ ਪਦਾਰਥਾਂ ਦੇ ਨਾਲ ਰੱਜ ਨਹੀਂ ਸਕਦਾ। ਤੇ ਜਦੋਂ ਗੁਰੂ ਕਾ ਸਿੱਖ ਗੁਰੂ ਨਾਨਕ ਦੇ ਘਰ ਆ ਕੇ ਕੀਰਤਨ ਸੁਣਦਾ ਨਾ, ਕੀਰਤਨ ਸੁਣਦਾ ਹੈ ਤੇ ਸਾਧ ਸੰਗਤ ਸਾਚੇ ਨਾਮ ਕੀ ਲਾਗੈ ਭੂਖ, ਉਤ ਭੂਖੈ ਖਾਏ ਚਲੀਐ ਦੁਖ। ਕੀਰਤਨ ਸੁਣਦਿਆਂ ਸਾਰ ਹਿਰਦੇ 'ਚ ਤ੍ਰਿਪਤੀ ਪੈਦਾ ਹੋ ਜਾਂਦੀ। ਗੁਰੂ ਕੇ ਸਿੱਖ ਦੇ ਅੰਦਰ ਇਹ ਤਿੰਨ ਭਾਵਨਾ ਹੁੰਦੀਆਂ ਨੇ। ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀ ਜਿਸ ਵਕਤ ਦਿੱਲੀ ਦੀ ਧਰਤੀ ਤੇ ਗਏ ਸਨ ਤੇ ਉਸ ਵਕਤ ਕਈ ਕਿਆਸ ਲਾਏ ਜਾਂਦੇ ਸਨ। ਇਹਨਾਂ ਦੇ ਮਨ ਵਿੱਚ ਪਦਾਰਥਾਂ ਦੀ ਭੁੱਖ ਹੋਵੇਗੀ, ਵਸਤੂਆਂ ਦਾ ਲਾਲਚ ਹੋਵੇਗਾ। ਤਿੰਨ ਪਦਾਰਥ ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਥਾਲ ਦੇ ਵਿੱਚ ਬਾਦਸ਼ਾਹ ਔਰੰਗਜ਼ੇਬ ਵੱਲੋਂ ਭੇਜੇ ਗਏ। ਉਹ ਥਾਲ ਦੇ ਅੰਦਰ ਹੀਰੇ ਮੋਤੀ ਵੀ ਨੇ, ਖਿਡੌਣੇ ਵੀ ਨੇ, ਮਠਿਆਈਆਂ ਵੀ ਨੇ ਤੇ ਇੱਕ ਮਾਲਾ ਵੀ ਹੈ। ਤੇ ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੂੰ ਪਰਖਣ ਵਾਸਤੇ ਜਦੋਂ ਥਾਲ ਅੱਗੇ ਕੀਤਾ ਗਿਆ ਤੇ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੇ ਉਹ ਥਾਲ ਦੇ ਵਿੱਚੋਂ ਕੇਵਲ ਇੱਕ ਮਾਲਾ ਚੁੱਕ ਕੇ ਬਾਕੀ ਸਾਰਾ ਕੁਝ ਵਾਪਸ ਕਰ ਦਿੱਤਾ ਕਿ ਸਾਨੂੰ ਕੇਵਲ ਤੇ ਕੇਵਲ ਰੱਬ ਦੀ ਪ੍ਰੇਮਾ ਭਗਤੀ ਪ੍ਰਵਾਨ ਹੈ, ਸਾਡੇ ਅੰਦਰ ਇਹਨਾਂ ਪਦਾਰਥਾਂ ਦੀ ਭੁੱਖ ਕੋਈ ਨਹੀਂ। ਬਾਦਸ਼ਾਹ ਤੇ ਇਹ ਗੱਲ ਪਰਖਣੀ ਚਾਹੁੰਦਾ ਸੀ। ਇੰਜ ਕਹਿ ਦਈਏ ਗੁਰੂ ਕਾ ਸਿੱਖ ਜੇ ਤ੍ਰਿਪਤ ਹੁੰਦਾ ਹੈ ਤੇ ਸਾਧ ਸੰਗਤ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਘਰ ਆ ਕੇ ਕੀਰਤਨ ਸੁਣ ਕੇ, ਗੁਰਦੁਆਰਿਆਂ ਦੇ ਅੰਦਰ ਜਾ ਕੇ ਕੀਰਤਨ ਸੁਣ ਕੇ ਤ੍ਰਿਪਤ ਹੁੰਦਾ ਹੈ। ਗੁਰੂ ਸਾਹਿਬ ਜੀ ਕਹਿੰਦੇ ਇਹ ਗੁਰੂ ਕੇ ਸਿੱਖ ਦੇ ਅੰਦਰ ਦੀ ਭਾਵਨਾ ਹੁੰਦੀ ਹੈ। ਤੇ ਜਿਹੋ ਜੀ ਅੰਦਰ ਭਾਵਨਾ ਰੱਖਾਂਗੇ ਨਾ, ਜੇ ਮਨ ਵਿੱਚ ਇਹ ਭਾਵਨਾਵਾਂ ਹੋਣਗੀਆਂ ਤੇ ਰੱਬ ਇਦਾਂ ਦੀਆਂ ਭਾਵਨਾਵਾਂ ਪੂਰੀਆਂ ਕਰੇਗਾ। ਜੇ ਸੇਵਾ ਦੀ ਭਾਵਨਾ ਹੋਵੇਗੀ ਗੁਰੂ ਆਪਣੇ ਦਰ ਤੇ ਆਪ ਲਿਆ ਕੇ ਸੇਵਾ ਕਰਾ ਲਵੇਗਾ। ਅਖੀਰ ਤੇ ਗੁਰੂ ਸਾਹਿਬ ਜੀ ਨੇ ਇਸ ਸ਼ਬਦ ਦੇ ਵਿੱਚ ਬਾਰ-ਬਾਰ ਇਸ ਗੱਲ ਦਾ ਜ਼ਿਕਰ ਵੀ ਕੀਤਾ। ਕਹਿੰਦੇ ਜੈਸੀ ਭੂਖ ਤੈਸੀ ਕਾ ਪੂਰਕ। ਕਹਿੰਦੇ ਜਿਹੋ ਜੀ ਬੰਦੇ ਦੇ ਅੰਦਰ ਭੁੱਖ ਹੁੰਦੀ ਹੈ ਨਾ, ਕਹਿੰਦੇ ਰੱਬ ਉਹੋ ਜੀ ਉਹਦੀ ਭੁੱਖ ਪੂਰੀ ਕਰਦਾ ਹੈ। ਤੇ ਜੇ ਕਿਸੇ ਨੂੰ ਨਸ਼ੇ ਦੀ ਭੁੱਖ ਹੋਵੇ ਤੇ ਰੱਬ ਉਹਦੀ ਨਸ਼ੇ ਦੀ ਭੁੱਖ ਪੂਰੀ ਕਰ ਦਿੰਦਾ, ਜਾਂ ਨਸ਼ੇ ਦੇ ਵਿੱਚ ਤੁਰਿਆ ਫਿਰ। ਕਿਉਂਕਿ ਸਾਰਾ ਸੰਸਾਰ ਜਿਉਂ ਜਿਉਂ ਤੇਰਾ ਹੁਕਮ ਤਿਵੈ ਤਿਉਂ ਹੋਵਣਾ, ਜੈ ਜੈ ਰੱਖੇ ਆਪ ਤਹਿ ਜਾਏ ਖੜੋਵਣਾ। ਜਿੱਥੇ ਜਿੱਥੇ ਗੁਰੂ ਕਿਰਪਾ ਕਰਦਾ ਹੈ, ਗੁਰੂ ਕਾ ਸਿੱਖ ਉੱਥੇ ਉੱਥੇ ਜਾ ਕੇ ਸਾਧ ਸੰਗਤ ਨਾ ਗੁਰੂ ਨਾਨਕ ਦੇ ਘਰ ਦਾ ਸਿੱਖ ਗੁਰੂ ਦੇ ਦਰ ਤੇ ਆ ਕੇ ਕੀਰਤਨ ਕਰਕੇ ਅੰਮ੍ਰਿਤਮਈ ਬਾਣੀ ਸਰਵਣ ਕਰਕੇ ਤ੍ਰਿਪਤੀ ਪ੍ਰਾਪਤ ਕਰ ਲੈਂਦਾ ਹੈ। ਤੇ ਇਸੇ ਤਰ੍ਹਾਂ ਫਿਰ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਅੱਜ ਦੇ ਮੁਬਾਰਕ ਸ਼ਬਦ ਵਿੱਚ ਉਦਾਹਰਨਾਂ ਦਿੱਤੀਆਂ। ਸੋਰਠ ਮਹੱਲਾ ਪੰਜਵਾਂ ਭਾਵ ਕਿ ਪੰਜਵੇਂ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਜੀ ਦੇ ਮੁਬਾਰਕ ਮੁਖ ਤੋਂ ਉਚਾਰਨ ਕੀਤਾ ਹੋਇਆ ਸ਼ਬਦ ਹੈ। ਤੇ ਸਾਹਿਬ ਜੀ ਕਹਿੰਦੇ ਰਾਜਨ ਮੈਂ ਰਾਜਾ ਉਰਝਾਇਓ, ਮਾਨਨ ਮੈਂ ਅਭਿਮਾਨੀ। ਹੁਣ ਉਦਾਹਰਨ ਦਿੱਤੀ ਗੁਰੂ ਪਾਤਸ਼ਾਹ ਜੀ ਨੇ, ਜਿਵੇਂ ਇੱਕ ਰਾਜੇ ਦੇ ਮਨ ਦੀ ਭਾਵਨਾ ਹੁੰਦੀ ਹੈ ਨਾ, ਮੇਰਾ ਰਾਜ ਹੋਰ ਵੱਡਾ ਹੋ ਜਾਵੇ, ਹੋਰ ਵੱਡਾ ਹੋ ਜਾਵੇ। ਤੇ ਕਹਿੰਦੇ ਰੱਬ ਉਹਨੂੰ ਉਧਰ ਹੀ ਤੋਰ ਕੇ ਰੱਖਦਾ। ਉਹ ਉਸੇ ਤਰ੍ਹਾਂ ਰਾਜ ਜਿਹੜਾ ਉਹ ਪ੍ਰਾਪਤ ਕਰਨ ਵਾਸਤੇ, ਉਹ ਹੋਰ ਰਾਜ ਭਾਗ ਆਸੇ ਪਾਸੇ ਦਾ ਲੈਣ ਵਾਸਤੇ ਕਹਿੰਦੇ ਉਹ ਤੁਰਿਆ ਫਿਰਦਾ। ਕਹਿੰਦੇ ਉਹਦੇ ਮਨ ਦੀ ਭਾਵਨਾ ਹੀ ਹੈ ਕਿ ਮੈਂ ਦੂਜਿਆਂ ਦੇ ਉੱਤੇ ਵੀ ਰਾਜ ਭਾਗ ਚਲਾਉਣਾ ਤੇ ਦੂਜੇ ਇਲਾਕਿਆਂ ਦੇ ਉੱਤੇ ਵੀ ਕਬਜ਼ਾ ਕਰਨਾ। ਕਹਿੰਦੇ ਕਿ ਉਹਦੇ ਮਨ ਦੀ ਇਹ ਭਾਵਨਾ ਹੁੰਦੀ ਹੈ। ਰੱਬ ਉਧਰ ਹੀ ਉਹਨੂੰ ਉਰਝਾ ਕੇ ਰੱਖਦਾ। ਨਾ ਤੇ ਉਹਨੂੰ ਕੀਰਤਨ ਚੰਗਾ ਲੱਗਦਾ, ਨਾ ਉਹਨੂੰ ਸੇਵਾ ਚੰਗੀ ਲੱਗਦੀ, ਤੇ ਨਾ ਹੀ ਉਹਨੂੰ ਗੁਰੂ ਦੇ ਦਰਸ਼ਨ ਚੰਗੇ ਲੱਗਦੇ। ਉਹਨੂੰ ਇੱਕੋ ਹੀ ਗੱਲ ਚੰਗੀ ਲੱਗਦੀ ਕਿ ਮੈਂ ਵੱਧ ਤੋਂ ਵੱਧ ਰਾਜ ਭਾਗ ਹੋਰ ਪ੍ਰਾਪਤ ਕਰ ਲਵਾਂ। ਕਹਿੰਦੇ ਰੱਬ ਨੇ ਉਹਨੂੰ ਉਸੇ ਪਾਸੇ ਤੋਰ ਕੇ ਰੱਖਿਆ, ਉਧਰ ਹੀ ਉਹਨੂੰ ਜੋੜ ਕੇ ਰੱਖਿਆ। ਜੋ ਕੁਝ ਉਹ ਚਾਹੁੰਦਾ ਸੀ ਰੱਬ ਨੇ ਉਹੀ ਕੁਝ ਦੇ ਦਿੱਤਾ। ਕਿਉਂਕਿ ਜੈਸੀ ਭੂਖ ਤੈਸੀ ਕਾ ਪੂਰਕ। ਕਹਿੰਦੇ ਜਿਹੋ ਜੀ ਬੰਦੇ ਦੇ ਮਨ 'ਚ ਭੁੱਖ ਹੁੰਦੀ, ਤੇ ਜੇ ਰਾਜੇ ਦੇ ਮਨ ਵਿੱਚ ਕਿਤੇ ਕੀਰਤਨ ਦੀ ਭੁੱਖ ਪੈਦਾ ਹੋ ਜਾਵੇ ਤੇ ਰੱਬ ਉਹਦੀ ਕੀਰਤਨ ਦੀ ਭੁੱਖ ਵੀ ਪੂਰੀ ਕਰ ਸਕਦਾ।
ਪਰ ਉਹਦੇ ਮਨ ਵਿੱਚ ਇਹ ਭੁੱਖ ਪੈਦਾ ਹੀ ਨਹੀਂ ਹੁੰਦੀ। ਦੂਜੀ ਗੱਲ ਗੁਰੂ ਸਾਹਿਬ ਜੀ ਨੇ ਉਦਾਹਰਨ ਦਿੱਤੀ ਪਾਤਸ਼ਾਹ ਕਿ ਮਾਨਨ ਮੈਂ ਅਭਿਮਾਨੀ, ਤੇ ਕਈ ਬੰਦਿਆਂ ਨੂੰ ਇਸ ਗੱਲ ਦਾ ਬੜਾ ਮਾਣ ਹੁੰਦਾ ਕਿ ਥਾਂ ਥਾਂ ਤੇ ਉੱਤੇ ਜਿੱਥੇ ਵੀ ਜਾਈਏ ਸਾਡਾ ਸਤਿਕਾਰ ਹੋਵੇ, ਸਾਡਾ ਮਾਣ ਹੋਵੇ। ਉਹ ਕਹਿੰਦੇ ਕਿ ਜੇ ਕਿਤੇ ਕਿਤੇ ਇੱਕ ਥਾਂ ਤੇ ਜਾ ਕੇ ਉਹਨੂੰ ਸਰੋਪਾਓ ਵੀ ਪ੍ਰਾਪਤ ਨਾ ਹੋ ਸਕੇ ਤੇ ਸਾਧ ਸੰਗਤ ਉਹ ਉਸੇ ਗੱਲ ਦਾ ਵੀ ਗਿਲਾ ਕਰ ਲੈਂਦਾ ਵੀ ਇਹਨਾਂ ਤੇ ਮੈਨੂੰ ਸਰੋਪਾ ਹੀ ਨਹੀਂ ਪਾਇਆ। ਇੰਜ ਕਹਿ ਦਈਏ ਕਿ ਬੰਦੇ ਦੇ ਮਨ ਵਿੱਚ ਕਈ ਵਾਰੀ ਇਸ ਗੱਲ ਦਾ ਵੀ ਮਾਣ ਹੋ ਜਾਂਦਾ ਕਿ ਮੈਨੂੰ ਥਾਂ ਥਾਂ ਦੇ ਉੱਤੇ ਮਾਣ ਪ੍ਰਾਪਤ ਹੋਵੇ। ਉਹ ਇਸੇ ਗੱਲ ਵਿੱਚ ਲੱਗਾ ਰਹਿੰਦਾ ਕਿ ਮੈਂ ਦੁਨੀਆ ਤੇ ਉਹ ਕੰਮ ਕਰਦਾ ਰਹਾ ਜਿਹਦੇ ਵਿੱਚ ਮੈਨੂੰ ਮਾਣ ਪ੍ਰਾਪਤ ਹੋਵੇ। ਕਈ ਵਾਰੀ ਉਹ ਮਾਣ ਬੰਦੇ ਦੇ ਅੰਦਰ ਹੰਕਾਰ ਵੀ ਪੈਦਾ ਕਰ ਦਿੰਦਾ, ਤੇ ਫਿਰ ਆਪਾਂ ਜਾਣਦੇ ਹਾਂ ਸਾਧ ਸੰਗਤ, ਜਿਹਦੇ ਅੰਦਰ ਹੰਕਾਰ ਪੈਦਾ ਹੋ ਜਾਵੇ ਤੇ ਰੱਬ ਅਹੰਕਾਰੀਆਂ ਨਿੰਦਕਾਂ ਪਿੱਠ ਦੇ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਇੱਦਾਂ ਰੱਬ ਨੇ ਹਰੇਕ ਮਨੁੱਖ ਨੂੰ ਜਿਹੋ ਜੀ ਉਹਦੇ ਅੰਦਰ ਭਾਵਨਾ ਹੁੰਦੀ ਹੈ ਉਸੇ ਤਰ੍ਹਾਂ ਦੇ ਮਾਣ ਵਿੱਚ, ਕਿਉਂਕਿ ਗੁਰੂ ਕਾ ਸਿੱਖ ਮਾਣ ਅਭਿਮਾਨ ਮੱਦੇ ਨਾਹੀ, ਕਿ ਗੁਰੂ ਕਾ ਸਿੱਖ ਨਾ ਤੇ ਉਹਦੇ ਅੰਦਰ ਨਾ ਹੈ ਮਾਣ ਅਪਮਾਨਾ, ਵੀ ਉਹਨੂੰ ਨਾ ਤੇ ਮਾਣ ਦੀ ਭਾਵਨਾ ਤੇ ਨਾ ਹੀ ਉਹਨੂੰ ਅਪਮਾਨ ਦਾ ਡਰ। ਪਾਤਸ਼ਾਹ ਕਹਿੰਦੇ ਪਰ ਜਿੱਦਾਂ ਦੀ ਬੰਦੇ ਦੇ ਮਨ ਦੀ ਭੁੱਖ ਹੁੰਦੀ ਹੈ ਉਸੇ ਤਰ੍ਹਾਂ ਪਰਮਾਤਮਾ ਉਹਨਾਂ ਮਨੁੱਖਾਂ ਨੂੰ ਉਹਨਾਂ ਕਾਰਜਾਂ ਵਿੱਚ ਉਲਝਾ ਕੇ ਰੱਖਦਾ ਹੈ। ਲੋਭਣ ਮਹਿ ਲੋਭੀ ਲੋਭ ਆਇਓ, ਤਿਉ ਹਰ ਰੰਗ ਰਚੇ ਗਿਆਨੀ। ਪਾਤਸ਼ਾਹ ਨੇ ਉਦਾਹਰਨ ਦਿੱਤੀ, ਕਹਿੰਦੇ ਜਿਵੇਂ ਇੱਕ ਲਾਲਚੀ ਬੰਦੇ ਦਾ ਲਾਲਚ ਵੱਧਦਾ ਜਾਂਦਾ ਹੈ ਨਾ, ਉਹ ਲਾਲਚ ਵਿੱਚ ਹੀ ਉਲਝਿਆ ਹੁੰਦਾ, ਮੈਂ ਆਹ ਵੀ ਚੀਜ਼ ਪ੍ਰਾਪਤ ਕਰ ਲਵਾਂ, ਆਹ ਵੀ ਚੀਜ਼ ਪ੍ਰਾਪਤ ਕਰ ਲਵਾਂ। ਲੋਭੀ ਕਾ ਵਿਸਾਹੂ ਨਾ ਕੀਜੈ, ਜੇ ਕਾ ਪਾਰ ਵਸਾਏ। ਪਾਤਸ਼ਾਹ ਕਹਿੰਦੇ ਕਿ ਇਸੇ ਕਰਕੇ ਲਾਲਚੀ ਬੰਦੇ ਦਾ ਕਦੇ ਭਰੋਸਾ ਨਹੀਂ ਕਰਨਾ ਚਾਹੀਦਾ। ਪੁੱਛਿਆ ਦਾਤਾ ਜੀ ਕਿਉਂ? ਪਾਤਸ਼ਾਹ ਕਹਿੰਦੇ ਕਿ ਅੰਤ ਕਾਲ ਤਿੱਥੈ ਧੋਖਾ ਜਿੱਥੈ ਹੱਥ ਨਾ ਪਾਏ। ਕਹਿੰਦੇ ਕਿ ਲਾਲਚੀ ਬੰਦਾ ਬੰਦੇ ਨੂੰ ਉੱਥੇ ਜਾ ਕੇ ਧੋਖਾ ਦੇਵੇਗਾ ਜਿੱਥੋਂ ਕੋਈ ਬਚਾ ਵੀ ਨਾ ਸਕਦਾ ਹੋਵੇ। ਇਸੇ ਤਰ੍ਹਾਂ ਸਾਹਿਬ ਕਹਿੰਦੇ ਜਿਵੇਂ ਲੋਭੀ ਬੰਦੇ ਨੂੰ ਲਾਲਚ ਪਿਆਰਾ ਹੁੰਦਾ ਹੈ ਨਾ, ਕਿ ਲਾਲਚ ਨਾਲ ਉਹਦੀ ਭਾਵਨਾ ਜੁੜ ਜਾਂਦੀ ਹੈ ਤੇ ਉਹ ਵੱਧ ਤੋਂ ਵੱਧ ਲਾਲਚ ਦੇ ਵਿੱਚ ਹੀ ਲੱਗਿਆ ਰਹਿੰਦਾ ਤੇ ਉਸੇ ਵਿੱਚ ਹੀ ਉਹ ਆਪਣੇ ਮਨ ਦੀ ਖੁਸ਼ੀ ਮਹਿਸੂਸ ਕਰਦਾ ਹੈ। ਪਾਤਸ਼ਾਹ ਕਹਿਣਗੇ ਤੂੰ ਹਰ ਰੰਗ ਰਚੇ ਗਿਆਨੀ। ਇਸੇ ਤਰ੍ਹਾਂ ਜਿਹੜੇ ਗੁਰੂ ਦੇ ਗਿਆਨ ਪ੍ਰਾਪਤ ਕਰਨ ਵਾਲੇ, ਰੱਬ ਦੇ ਘਰ ਨਾਲ ਜੁੜਨ ਵਾਲੇ ਰੱਬ ਦੇ ਪਿਆਰੇ ਨੇ ਨਾ, ਉਹਨਾਂ ਦੇ ਅੰਦਰ ਵੀ ਇਹ ਭਾਵਨਾ ਹੁੰਦੀ ਜਿਵੇਂ ਲੋਭੀ ਦੀ ਭਾਵਨਾ, ਲਾਲਚ ਲੈ ਕੇ ਵੱਧ ਤੋਂ ਵੱਧ ਲਾਲਚ ਦੇ ਵਿੱਚ ਵਸਤੂਆਂ ਪ੍ਰਾਪਤ ਕਰਨ ਦੀ, ਰਾਜੇ ਦੇ ਮਨ ਵਿੱਚ ਰਾਜ ਭਾਗ ਵਧਾਉਣ ਦੀ, ਤੇ ਪਾਤਸ਼ਾਹ ਕਹਿਣਗੇ ਹੰਕਾਰੀ ਦੇ ਮਨ ਵਿੱਚ ਵੱਧ ਤੋਂ ਵੱਧ ਦੁਨੀਆ ਤੇ ਮਾਣ ਪ੍ਰਾਪਤ ਕਰਨ ਦੀ ਹੁੰਦੀ ਹੈ। ਇਸੇ ਤਰ੍ਹਾਂ ਗੁਰੂ ਕੇ ਸਿੱਖ ਜਿਹੜੇ ਹੁੰਦੇ ਨੇ ਉਹ ਰੱਬ ਦੇ ਨਾਮ ਰੂਪੀ ਰੰਗ ਵਿੱਚ ਰੰਗ ਕੇ ਵੱਧ ਤੋਂ ਵੱਧ ਸੇਵਾ ਦੀ ਭਾਵਨਾ ਲੈ ਕੇ, ਗੁਰੂ ਦੇ ਦਰਸ਼ਨਾਂ ਦੀ ਭਾਵਨਾ ਲੈ ਕੇ ਦੁਨੀਆ ਤੇ ਕੰਮ ਕਰਦੇ ਨੇ ਤੇ ਗੁਰੂ ਕੇ ਰੰਗ ਦੇ ਵਿੱਚ ਰੰਗੇ ਹੋਏ ਰੱਬ ਦੇ ਪਿਆਰੇ ਗਿਆਨੀ ਜਿਹੜੇ ਨੇ ਉਹ ਗੁਰੂ ਦੀਆਂ ਬਖਸ਼ਿਸ਼ਾਂ ਦੇ ਪਾਤਰ ਬਣਦੇ ਹਨ। ਹਰ ਜਨ ਕੋ ਇਹੀ ਸੁਹਾਵੈ। ਪਾਤਸ਼ਾਹ ਕਹਿਣ ਲੱਗੇ ਵੀ ਹਰੀ ਦੇ ਜਨ ਨੂੰ ਇਹੀ ਗੱਲਾਂ ਚੰਗੀਆਂ ਲੱਗਦੀਆਂ, ਜਿਵੇਂ ਉਹਨਾਂ ਨੂੰ ਆਹ ਗੱਲਾਂ ਚੰਗੀਆਂ ਲੱਗਦੀਆਂ ਨੇ ਨਾ, ਇਹਦਾ ਰੱਬ ਦੇ ਪਿਆਰਿਆਂ ਨੂੰ, ਰੱਬ ਦੇ ਭਗਤਾਂ ਨੂੰ ਇਹ ਗੱਲਾਂ ਚੰਗੀਆਂ ਲੱਗਦੀਆਂ ਹਨ। ਵੇਖ ਨਿਕਟ ਕਰ ਸੇਵਾ ਸਤਿਗੁਰ, ਹਰ ਕੀਰਤਨ ਹੀ ਤ੍ਰਿਪਤਾਵੈ। ਕਿਹੜੀਆਂ ਗੱਲਾਂ ਚੰਗੀਆਂ ਲੱਗਦੀਆਂ ਨੇ? ਕਿ ਨੇੜੇ ਹੋ ਕੇ ਨੇਤਾ ਪ੍ਰਤੀ ਗੁਰੂ ਦੇ ਦਰਸ਼ਨ ਕਰਨੇ ਤੇ ਗੁਰੂ ਘਰ ਆ ਕੇ ਸੇਵਾ ਕਰਨੀ, ਤੇ ਜਿਹੜੀਆਂ ਸੇਵਾ ਦੇ ਵਿੱਚੋਂ ਸਾਰੀਆਂ ਬਖਸ਼ਿਸ਼ਾਂ ਪ੍ਰਾਪਤ ਹੁੰਦੀਆਂ ਨੇ। ਤੇ ਤੀਸਰਾ ਕੀਰਤਨ ਸੁਣ ਕੇ ਮਨ ਨੂੰ ਤ੍ਰਿਪਤ ਕਰਨਾ। ਇਹ ਤਿੰਨ ਗੱਲਾਂ ਗੁਰੂ ਕੇ ਸਿੱਖ ਨੂੰ, ਰੱਬ ਨਾਲ ਪਿਆਰ ਕਰਨ ਵਾਲੇ ਨੂੰ ਦਿਨ ਰਾਤ ਚੰਗੀਆਂ ਲੱਗਦੀਆਂ ਹਨ। ਰਹਾਉ ਅਮਲਨ ਸਿਉ ਅਮਲੀ ਲਪਟਾਇਓ, ਭੂਮਨ ਭੂਮ ਪਿਆਰੀ। ਠਹਿਰਾਓ ਦੇ ਕੇ ਗੁਰੂ ਸਾਹਿਬ ਜੀ ਨੇ ਫਿਰ ਅੱਗੇ ਇਹਨਾਂ ਗੱਲਾਂ ਨੂੰ ਸਿੱਧ ਕਰਨ ਵਾਸਤੇ ਉਦਾਹਰਨਾਂ ਦਿੱਤੀਆਂ। ਸਾਹਿਬ ਕਹਿੰਦੇ ਜਿਵੇਂ ਅਮਲਨ ਸਿਉ ਅਮਲੀ ਲਪਟਾਇਓ, ਕਹਿੰਦੇ ਜਿਵੇਂ ਅਮਲੀ ਬੰਦਾ ਹੁੰਦਾ ਹੈ ਨਾ, ਜਿਹੜਾ ਅਮਲੀ, ਉਹਨੂੰ ਅਮਲ ਬੜਾ ਪਿਆਰਾ ਹੁੰਦਾ ਹੈ। ਅਮਲ ਲੈਣ ਵਾਸਤੇ ਉਹ ਕੋਈ ਵੀ ਤਰੀਕਾ, ਕੋਈ ਵੀ ਜੁਗਤੀ ਵਰਤਣ ਵਾਸਤੇ ਤਿਆਰ ਹੋ ਜਾਂਦਾ। ਸਾਧ ਸੰਗਤ ਸਤਿਗੁਰੂ ਪਾਤਸ਼ਾਹ ਕਹਿਣਗੇ ਇਸੇ ਤਰ੍ਹਾਂ ਗੁਰੂ ਕਾ ਸਿੱਖ ਜਿਹੜਾ ਗੁਰੂ ਨਾਲ ਜੁੜਿਆ ਨਾ, ਉਹ ਵੀ ਗੁਰੂ ਦੀ ਸੇਵਾ ਲੈਣ ਵਾਸਤੇ ਕੁਝ ਵੀ ਕਰਨ ਵਾਸਤੇ ਤਿਆਰ ਹੋ ਜਾਂਦਾ। ਕੋਈ ਵੀ ਤਰੀਕਾ ਵਰਤਣਾ ਪਵੇ ਉਹ ਗੁਰੂ ਦੇ ਦਰ ਤੇ ਆ ਕੇ ਸੇਵਾ ਕਰਕੇ ਗੁਰੂ ਦੀਆਂ ਬਖਸ਼ਿਸ਼ਾਂ ਦਾ ਪਾਤਰ ਬਣਦਾ। ਕਹਿਣਗੇ ਜਿਵੇਂ ਭੂਮਣ ਭੂਮ ਪਿਆਰੀ, ਕਹਿਣਗੇ ਜਿਵੇਂ ਇੱਕ ਕਿਸਾਨ ਨੂੰ ਆਪਣੀ ਭੂਮੀ ਪਿਆਰੀ ਹੁੰਦੀ ਹੈ ਨਾ, ਇੱਦਾਂ ਰੱਬ ਦੇ ਪਿਆਰੇ ਨੂੰ ਕੀਰਤਨ ਸੁਣਨਾ ਵੀ ਪਿਆਰਾ ਲੱਗਦਾ ਹੈ। ਜਿਵੇਂ ਕਿਸਾਨ ਨੂੰ ਆਪਣੀ ਜ਼ਮੀਨ ਚੰਗੀ ਲੱਗਦੀ ਹੈ, ਪਾਤਸ਼ਾਹ ਕਹਿਣਗੇ ਇਸੇ ਤਰ੍ਹਾਂ
ਗੁਰੂ ਕੇ ਸਿੱਖ ਨੂੰ ਕੀਰਤਨ ਸੁਣਨਾ ਚੰਗਾ ਲੱਗਦਾ, ਸੇਵਾ ਕਰਨੀ ਚੰਗੀ ਲੱਗਦੀ ਤੇ ਗੁਰੂ ਦੇ ਨੇੜੇ ਹੋ ਕੇ ਦੀਦਾਰ ਕਰਨੇ ਚੰਗੇ ਲੱਗਦੇ ਹਨ। ਖੀਰ ਸੰਗ ਬਾਰਕ ਹੈ ਲੀਨਾ, ਪ੍ਰਭ ਸੰਤ ਐਸੇ ਹਿਤਕਾਰੀ। ਹੁਣ ਸਾਧ ਸੰਗਤ ਜਿਵੇਂ ਇੱਕ ਬਾਰਕ ਦੀ ਉਦਾਹਰਨ ਦਿੱਤੀ, ਪਾਤਸ਼ਾਹ ਕਹਿੰਦੇ ਜਿਵੇਂ ਇੱਕ ਬੱਚਾ ਜਿਹੜਾ ਹੁੰਦਾ ਹੈ ਨਾ, ਉਹਨੂੰ ਖੀਰ ਖਵਾ ਦਈਏ ਨਾ ਖੀਰ। ਹੁਣ ਆਹ ਗੱਲਾਂ ਤੇ ਸੌਖੀਆਂ ਸਮਝ ਆਉਣਗੀਆਂ ਨਾ ਸਾਧ ਸੰਗਤ, ਜੇ ਕਿਸੇ ਨੂੰ ਹੋਰ ਗੱਲਾਂ ਦੀ ਉਦਾਹਰਨ ਸੌਖੀ ਨਾ ਸਮਝ ਆਵੇ ਤੇ ਆਹ ਗੱਲਾਂ ਦੇ ਦੁਆਰਾ ਤੇ ਗੱਲ ਸਮਝ ਆ ਹੀ ਜਾਵੇਗੀ ਨਾ ਕਿ ਬੰਦੇ ਨੂੰ ਕੀਰਤਨ ਕਿਵੇਂ ਪਿਆਰਾ ਲੱਗਦਾ, ਕਥਾ ਕਿੰਨੀ ਪਿਆਰੀ ਲੱਗਦੀ ਹੈ, ਗੁਰੂ ਕੇ ਸਿੱਖ ਨੂੰ ਗੁਰੂ ਦੇ ਦਰਸ਼ਨ ਕਰਨੇ ਕਿੰਨੇ ਪਿਆਰੇ ਲੱਗਦੇ ਨੇ, ਸੇਵਾ ਕਰਨੀ ਕਿੰਨੀ ਚੰਗੀ ਲੱਗਦੀ ਹੈ। ਪਾਤਸ਼ਾਹ ਕਹਿੰਗੇ ਜਿਵੇਂ ਇੱਕ ਬੱਚੇ ਨੂੰ ਖੀਰ ਚੰਗੀ ਲੱਗਦੀ ਹੈ ਨਾ ਖੀਰ, ਉਹ ਬੜਾ ਖੁਸ਼ ਹੋ ਕੇ ਖਾਂਦਾ। ਸਾਹਿਬ ਕਹਿੰਦੇ ਇਸੇ ਤਰ੍ਹਾਂ ਜਿਵੇਂ ਇੱਕ ਬੱਚੇ ਨੂੰ ਖੀਰ ਪਿਆਰੀ ਲੱਗਦੀ ਹੈ ਤੇ ਕਹਿਣਗੇ ਇਸੇ ਤਰ੍ਹਾਂ ਪ੍ਰਭ ਸੰਤ ਐਸੇ ਹਿਤਕਾਰੀ, ਜਿਹੜੇ ਰੱਬ ਦੇ ਸੰਤ ਜਨ ਹੁੰਦੇ ਨੇ ਨਾ, ਰੱਬ ਦੇ ਪਿਆਰੇ ਹੁੰਦੇ ਨੇ ਨਾ, ਉਹਨਾਂ ਨੂੰ ਪਰਮਾਤਮਾ ਦੀ ਅੰਮ੍ਰਿਤਮਈ ਬਾਣੀ ਚੰਗੀ ਲੱਗਦੀ ਹੈ, ਕਿਉਂਕਿ ਉਹਨਾਂ ਦਾ ਹਿੱਤ, ਉਹਨਾਂ ਦਾ ਪਿਆਰ, ਉਹਨਾਂ ਦਾ ਮੋਹ ਗੁਰੂ ਦੇ ਚਰਨਾਂ ਨਾਲ ਜੁੜਿਆ ਹੁੰਦਾ ਹੈ। ਵਿਦਿਆ ਮਹਿ ਵਿਦਵੰਸੀ ਰਚਿਆ, ਨੈਣ ਦੇਖ ਸੁਖ ਪਾਵਹਿ। ਔਰ ਸਾਧ ਸੰਗਤ ਜਿਵੇਂ ਇੱਕ ਵਿਦਿਆ ਪੜ੍ਹਨ ਵਾਲੇ ਨੂੰ, ਗਿਆਨ ਪ੍ਰਾਪਤ ਕਰਨ ਵਾਲੇ ਨੂੰ ਗਿਆਨ ਪ੍ਰਾਪਤ ਕਰਨਾ ਬੜਾ ਚੰਗਾ ਲੱਗਦਾ, ਉਹ ਕਹਿੰਦਾ ਮੈਂ ਹੋਰ ਕਿਤਾਬਾਂ ਪੜ੍ਹ ਲਵਾਂ, ਮੈਂ ਹੋਰ ਵਿਦਿਆ ਪ੍ਰਾਪਤ ਕਰ ਲਵਾਂ, ਮੈਂ ਹੋਰ ਸਟੱਡੀ ਕਰ ਲਵਾਂ। ਕਈ ਬੰਦਿਆਂ ਦੇ ਅੰਦਰ ਐਸੀ ਭਾਵਨਾ ਹੁੰਦੀ ਕਿ ਮੈਂ ਵੱਧ ਤੋਂ ਵੱਧ ਪੜ੍ਹਾਈ ਕਰ ਲਵਾਂ। ਜਿਵੇਂ ਇੱਕ ਬੰਦੇ ਦੇ ਅੰਦਰ ਇਹ ਚਾਹ ਹੁੰਦਾ ਹੈ ਨਾ ਕਿ ਮੈਂ ਵੱਧ ਤੋਂ ਵੱਧ ਸਟੱਡੀ ਕਰ ਲਵਾਂ, ਪੜ੍ਹ ਲਵਾਂ ਤੇ ਗਿਆਨ ਪ੍ਰਾਪਤ ਕਰ ਲਵਾਂ, ਇਸੇ ਤਰ੍ਹਾਂ ਗੁਰੂ ਕੇ ਸਿੱਖ ਦੇ ਅੰਦਰ ਇਹ ਤਿੰਨ ਭਾਵਨਾ ਦਾ ਪਿਆਰ ਹੁੰਦਾ। ਹੁਣ ਤੇ ਗੱਲ ਸੌਖੀ ਸਮਝ ਆ ਗਈ। ਸਾਹਿਬਾਂ ਨੇ ਉਦਾਹਰਨਾਂ ਦਿੱਤੀਆਂ, ਕਹਿਣਗੇ ਜਿਵੇਂ ਇੱਕ ਪੜ੍ਹੇ ਲਿਖੇ ਨੂੰ ਗਿਆਨ ਪ੍ਰਾਪਤ ਕਰਨ ਦਾ ਚਾਅ ਹੁੰਦਾ ਹੈ ਨਾ, ਇਸੇ ਤਰ੍ਹਾਂ ਗੁਰੂ ਕੇ ਸਿੱਖ ਨੂੰ ਗੁਰੂ ਦੇ ਦਰਸ਼ਨਾਂ ਦਾ ਚਾਅ ਹੁੰਦਾ ਹੈ, ਸੇਵਾ ਕਰਨ ਦਾ ਚਾਅ ਹੁੰਦਾ ਹੈ ਅਤੇ ਸਤਿਗੁਰੂ ਪਾਤਸ਼ਾਹ ਜੀ ਦੀਆਂ ਅਸੀਸਾਂ ਪ੍ਰਾਪਤ ਕਰਨ ਦਾ, ਕੀਰਤਨ ਸੁਣਨ ਦਾ ਚਾਅ ਹੁੰਦਾ ਹੈ। ਤੇ ਸਾਹਿਬ ਕਹਿੰਦੇ ਇਸੇ ਤਰ੍ਹਾਂ ਗੁਰੂ ਕੇ ਸਿੱਖ ਨੂੰ ਜਿਹੜਾ ਹੈ ਨਾ, ਨੈਣ ਦੇਖ ਸੁਖ ਪਾਵੇ। ਗੁਰੂ ਕਾ ਸਿੱਖ ਵੀ ਆਪਣੇ ਨੈਣਾਂ ਦੇ ਨਾਲ, ਅੱਖਾਂ ਦੇ ਨਾਲ ਆਪਣੇ ਗੁਰੂ ਦੇ ਦਰਸ਼ਨ ਕਰਕੇ ਖੁਸ਼ ਹੋ ਜਾਂਦਾ ਹੈ। ਜੈਸੇ ਰਸਨਾ ਸਾਧ ਲੁਭਾਨੀ, ਤਿਉ ਹਰ ਜਨ ਹਰ ਗੁਣ ਗਾਵਹਿ। ਪਾਤਸ਼ਾਹ ਕਹਿੰਦੇ ਇਸੇ ਤਰ੍ਹਾਂ ਜੈਸੇ ਰਸਨਾ ਸਾਧ ਲੁਭਾਨੀ, ਤਿਉ ਹਰ ਜਨ ਹਰ ਗੁਣ ਗਾਵੇ। ਜਿਵੇਂ ਇੱਕ ਦੁਨਿਆਵੀ ਮਨੁੱਖ ਨੂੰ ਰਸਨਾ ਦਾ ਚਸਕਾ ਹੁੰਦਾ ਹੈ ਨਾ, ਉਹ ਰੰਗ ਪ੍ਰਕਾਰ ਦੀਆਂ, ਕਈ ਪ੍ਰਕਾਰ ਦੀਆਂ ਵਸਤੂਆਂ ਜਿਹੜੀਆਂ ਨੇ ਉਹ ਚਖਣਾ ਕਰਦਾ, ਉਹ ਰੰਗ ਬਰੰਗੇ ਪਦਾਰਥ ਚੱਖ ਕੇ ਬੜਾ ਖੁਸ਼ ਹੋ ਜਾਂਦਾ ਵੀ ਅੱਜ ਆਹ ਖਾਧਾ ਬੜਾ ਖੁਸ਼ ਹੋਇਆ, ਅੱਜ ਆਹ ਖਾਧਾ ਬੜਾ ਖੁਸ਼ ਹੋਇਆ। ਔਰ ਗੁਰੂ ਸਾਹਿਬ ਜੀ ਕਹਿੰਦੇ ਇਸੇ ਤਰ੍ਹਾਂ ਜਿਹੜੇ ਹਰੀ ਦੇ ਜਨ ਹੁੰਦੇ ਨੇ, ਉਹ ਵੀ ਰੱਬ ਦੇ ਗੁਣ ਗਾ ਕੇ, ਪ੍ਰਭੂ ਦਾ ਨਾਮ ਜਪ ਕੇ ਤੇ ਪਰਮਾਤਮਾ ਦੀ ਬਖਸ਼ਿਸ਼ ਦੇ ਪਾਤਰ ਬਣ ਕੇ ਖੁਸ਼ ਹੁੰਦੇ ਹਨ। ਜੈਸੀ ਭੂਖ ਤੈਸੀ ਕਾ ਪੂਰਕ, ਸਗਲ ਘਟਾਂ ਕਾ ਸੁਆਮੀ। ਅਖੀਰ ਤੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਫਿਰ ਗੱਲ ਸਪਸ਼ਟ ਕਰ ਦਿੱਤੀ, ਕਹਿਣਗੇ ਐ ਜੀਵ ਜੈਸੀ ਭੂਖ ਤੈਸੀ ਕਾ ਪੂਰਕ। ਕਹਿੰਦੇ ਉਹ ਜਿਹੋ ਜੀ ਤੇਰੇ ਮਨ 'ਚ ਭੁੱਖ ਹੋਵੇਗੀ ਨਾ, ਰੱਬ ਉੱਦਾਂ ਦੀ ਪੂਰੀ ਕਰੇਗਾ। ਜੇ ਤੇਰੇ ਮਨ 'ਚ ਅਮਲ ਖਾਣ ਦੀ ਭੁੱਖ ਹੋਵੇਗੀ, ਰੱਬ ਉਹੀ ਪੂਰੀ ਕਰੇਗਾ। ਜੇ ਤੇਰੇ ਮਨ ਵਿੱਚ ਰਾਜ ਭਾਗ ਵਧਾਉਣ ਦੀ ਭਾਵਨਾ ਹੋਵੇਗੀ ਨਾ, ਰੱਬ ਉਹੀ ਪੂਰੀ ਕਰੇਗਾ। ਕਿਉਂਕਿ ਪਰਮਾਤਮਾ ਜਿਹੜਾ ਉਹ ਤੇ ਜੋ ਮੰਗੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ, ਨਾਨਕ ਦਾਸ ਮੁਖ ਤੇ ਜੋ ਬੋਲੈ, ਈਹਾਂ ਊਹਾਂ ਸੱਚ ਹੋਵੈ। ਉਸ ਦਾਤੇ ਦੇ ਘਰ ਵਿੱਚ ਕਮੀ ਕਿਸੇ ਪ੍ਰਕਾਰ ਦੀ ਨਹੀਂ। ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰਾ, ਘਰ ਤਾਂ ਤੇਰਾ ਸਭ ਕਿਛ ਹੈ, ਜਿਸ ਦੇਹ ਸੋ ਪਾਵੇ। ਪਰ ਪ੍ਰਾਪਤ ਕਿਹਨਾਂ ਨੂੰ ਹੁੰਦਾ? ਜਿਹੜੇ ਭਾਵਨਾ ਲੈ ਕੇ ਗੁਰੂ ਦੇ ਦਰ ਤੇ ਚੱਲ ਕੇ ਆਉਂਦੇ ਹਨ। ਨਾਨਕ ਪਿਆਸ ਲੱਗੀ ਦਰਸ਼ਨ ਕੀ, ਪ੍ਰਭ ਮਿਲਿਆ ਅੰਤਰ ਜਾਮੀ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਜਿਸ ਤਰ੍ਹਾਂ ਪਰਮਾਤਮਾ ਜੈਸੀ ਭੂਖ ਤੈਸੀ ਕਾ ਪੂਰਕ, ਸਗਲ ਘਟਾਂ ਕਾ ਸੁਆਮੀ ਹੈ। ਸਾਰੇ ਘਟਾਂ ਦੀਆਂ ਜਾਣਨ ਵਾਲਾ ਉਹ ਸੁਆਮੀ ਪਰਮੇਸ਼ਰ ਜਿਹੋ ਜਿਹੇ ਬੰਦੇ ਦੇ ਮਨ ਦੀ ਭੁੱਖ ਹੁੰਦੀ ਹੈ ਉਹੋ ਜਿਹੀ ਪੂਰੀ ਕਰ ਦਿੰਦਾ ਹੈ। ਤੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਇਸੇ ਤਰ੍ਹਾਂ ਮੇਰੇ ਮਨ ਵਿੱਚ ਵੀ ਰੱਬ ਦੇ ਦਰਸ਼ਨਾਂ ਦੀ ਇੱਕ ਤਾਂਘ ਸੀ ਕਿ ਮੈਂ ਰੱਬ ਦੇ ਦਰਸ਼ਨ ਕਰਾਂ, ਰੱਬ ਦੀ ਪ੍ਰਾਪਤੀ ਕਰਾਂ, ਰੱਬ ਨਾਲ ਮਿਲਾਪ ਹਾਸਲ ਕਰਾਂ। ਤੇ ਕਹਿਣਗੇ ਉਹ ਅੰਤਰਜਾਮੀ ਪਰਮੇਸ਼ਰ ਨੇ
ਮੇਰੇ ਵੀ ਮਨ ਦੀ ਭਾਵਨਾ ਪੂਰੀ ਕਰ ਦਿੱਤੀ, ਮੈਨੂੰ ਪਰਮਾਤਮਾ ਦੇ ਚਰਨਾਂ ਵਿੱਚ ਅਭੇਦ ਕਰ ਦਿੱਤਾ, ਰੱਬ ਦੇ ਨਾਲ ਮਿਲਾ ਦਿੱਤਾ, ਰੱਬ ਦੀਆਂ ਬਖਸ਼ਿਸ਼ਾਂ ਦਾ ਪਾਤਰ ਬਣਾ ਦਿੱਤਾ। ਸਮੁੱਚੇ ਸ਼ਬਦ ਦੇ ਅੰਦਰ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਸਾਨੂੰ ਸੰਸਾਰਿਕ ਜੀਵਾਂ ਨੂੰ ਇੱਕ ਉਪਦੇਸ਼ ਬਖਸ਼ਿਸ਼ ਕੀਤਾ ਹੈ ਕਿ ਇਹ ਜੀਵ ਪਰਮਾਤਮਾ ਹਰੇਕ ਮਨੁੱਖ ਦੇ ਮਨ ਦੀ ਭਾਵਨਾ ਪੂਰੀ ਕਰਨ ਵਾਲਾ ਹੈ, ਪਰ ਜਿਹੜੀ ਭਾਵਨਾ ਦੇ ਨਾਲ ਵੀ ਕੋਈ ਜਿਸ ਸ਼ਰਧਾ ਦੇ ਨਾਲ ਕੋਈ ਗੁਰੂ ਕਾ ਸਿੱਖ ਰੱਬ ਨੂੰ ਚਾਹੁੰਦਾ ਹੈ, ਰੱਬ ਦੇ ਅੱਗੇ ਬੇਨਤੀ ਕਰਦਾ ਹੈ, ਪਰਮਾਤਮਾ ਉਹੋ ਜੀ ਉਹਦੀ ਭਾਵਨਾ ਪੂਰੀ ਕਰ ਦਿੰਦਾ ਹੈ। ਜੇ ਕਿਸੇ ਦੇ ਮਨ ਵਿੱਚ ਗੁਰੂ ਦੇ ਦਰਸ਼ਨਾਂ ਦੀ ਤਾਂਘ ਹੋਵੇ, ਗੁਰੂ ਦੇ ਦੀਦਾਰਾਂ ਦੀ ਤਾਂਘ ਹੋਵੇ, ਗੁਰੂ ਦੇ ਘਰ ਦੀ ਸੇਵਾ ਦੀ ਤਾਂਘ ਹੋਵੇ, ਤੇ ਗੁਰੂ ਉਹ ਵੀ ਤਾਂਘ ਜਿਹੜੀ ਹੈ ਉਹ ਗੁਰੂ ਕੇ ਸਿੱਖ ਦੀ ਪੂਰੀ ਕਰ ਦਿੰਦਾ ਹੈ। ਜਿੱਥੇ ਆਪਾਂ ਅੰਮ੍ਰਿਤਮਈ ਸ਼ਬਦ ਦੀ ਵਿਚਾਰ ਦੇ ਨਾਲ ਜੁੜੇ ਹਾਂ, ਉੱਥੇ ਲੜੀਵਾਰ ਰਾਮਕਲੀ ਰਾਗ ਦੇ ਅੰਦਰ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਮੁਬਾਰਕ ਮੁਖ ਤੋਂ ਉਚਾਰਨ ਕੀਤੀ ਹੋਈ ਵਾਰ ਵਿੱਚੋਂ 8ਵੀਂ ਪੌੜੀ ਦੇ ਨਾਲ ਜੁੜੇ ਹੋਏ 2 ਸ਼ਲੋਕਾਂ ਦੀ ਵਿਚਾਰ ਹੋ ਚੁੱਕੀ ਹੈ। ਅੱਜ ਪੌੜੀ ਦੀ ਵਿਚਾਰ ਆਪ ਸੰਗਤਾਂ ਦੇ ਨਾਲ ਸਾਂਝੀ ਕਰਨੀ ਹੈ। ਆਓ ਲੜੀਵਾਰ ਪੌੜੀ ਦੀ ਵਿਚਾਰ ਨਾਲ ਜੁੜਨਾ ਕਰੀਏ ਜੀ। ਪੌੜੀ ਜਿਸਨੋ ਤੂੰ ਰਖਵਾਲਾ, ਮਾਰੇ ਤਿਸ ਕੌਣ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਰਾਮਕਲੀ ਰਾਗ ਦੇ ਅੰਦਰ ਉਚਾਰਨ ਕੀਤੀ ਹੋਈ ਵਾਰ ਦੀ 8ਵੀਂ ਪੌੜੀ ਦੇ ਅੰਦਰ ਉਪਦੇਸ਼ ਬਖਸ਼ਿਸ਼ ਕਰਦੇ ਹਨ। ਜਿਹਦਾ ਰਖਵਾਲਾ ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਆਪ ਹੈ, ਮਾਰੇ ਤਿਸ ਕੌਣ, ਉਹਨੂੰ ਦੁਨੀਆ ਦੀ ਕਿਹੜੀ ਤਾਕਤ ਮਾਰ ਸਕਦੀ ਹੈ, ਕਿਉਂਕਿ ਉਹ ਤੇ ਪਰਮਾਤਮਾ ਜਿਹੜਾ ਹੈ ਨਾ, ਤਾਤੀ ਵਾਓ ਨਾ ਲਾਗੇ ਪਾਰ ਬ੍ਰਹਮ ਸ਼ਰਨਾਈ, ਚੌਗਿਰਦ ਹਮਾਰੇ ਰਾਮ ਕਰ ਦੁੱਖ ਲੱਗੈ ਨਾ ਭਾਈ। ਜਿਹੜਾ ਉਹਦੀ ਸ਼ਰਨ ਵਿੱਚ ਆ ਗਿਆ ਉਹਨੂੰ ਤੇ ਤਤੀ ਵਾਹ ਨਹੀਂ ਲੱਗਣ ਦਿੰਦਾ। ਇਸੇ ਕਰਕੇ ਪਾਤਸ਼ਾਹ ਕਹਿੰਦੇ ਕਿ ਜੇ ਪ੍ਰਭ ਭਾਵੈ ਬਿਨ ਸਾਸ ਤੇ ਰੱਖ, ਜੇ ਉਹ ਚਾਹਵੇ ਨਾ ਤੇ ਬੰਦੇ ਨੂੰ ਸਵਾਸਾਂ ਤੋਂ ਬਿਨਾਂ ਵੀ ਰੱਖ ਸਕਦਾ, ਤੇ ਜਿਹਨੂੰ ਰੱਬ ਬਚਾਉਣਾ ਚਾਹਵੇ ਉਹਨੂੰ ਦੁਨੀਆ ਦੀ ਕੋਈ ਤਾਕਤ ਜਿਹੜੀ ਹੈ ਉਹ ਮਾਰ ਨਹੀਂ ਸਕਦੀ। ਜਿਸਨੋ ਤੂੰ ਰਖਵਾਲਾ, ਦਿੱਤਾ ਤਿਨੈ ਭੈਣ। ਸਾਹਿਬ ਕਹਿੰਦੇ ਜਿਹਦਾ ਰਖਵਾਲਾ ਉਹ ਅਕਾਲ ਪੁਰਖ ਬਣ ਜਾਵੇ ਨਾ, ਉਹ ਦੁਨੀਆ ਦੇ 3 ਭਵਨਾਂ ਦੇ ਉੱਤੇ ਜਿੱਤ ਪ੍ਰਾਪਤ ਕਰਨ ਦਾ, ਧਰਤ ਪਤਾਲ ਤੇ ਆਕਾਸ਼। ਕਹਿਣ ਤੋਂ ਭਾਵ ਕਿ ਉਹ ਸਮੁੱਚੀ ਦੁਨੀਆ ਦੇ ਉੱਤੇ ਹੀ ਜਿੱਤ ਪ੍ਰਾਪਤ ਕਰ ਲੈਂਦਾ ਹੈ, ਜਿਹਦੇ ਉੱਤੇ ਪਰਮਾਤਮਾ ਦੀ ਬਖਸ਼ਿਸ਼ ਹੋ ਜਾਂਦੀ ਹੈ। ਜਿਸਨੋ ਤੇਰਾ ਅੰਗ ਤਿਸ ਮੁਖ ਉਜਲਾ। ਔਰ ਸਾਧ ਸੰਗਤ ਜਿਹੜਾ ਰੱਬ ਦੇ ਚਰਨਾਂ ਦੇ ਨਾਲ ਜੁੜ ਜਾਵੇ, ਪਰਮਾਤਮਾ ਦੇ ਚਰਨਾਂ ਵਿੱਚ ਅਭੇਦ ਹੋ ਜਾਵੇ, ਜਿਹਦਾ ਅੰਗ ਭਾਵ ਕਿ ਜਿਵੇਂ ਸਾਡੇ ਸਰੀਰ ਦਾ ਅੰਗ ਸਾਡੇ ਹੱਥ ਪੈਰ ਤੇ ਸਾਡਾ ਹੋਰ ਸਰੀਰ ਹੈ, ਇਸੇ ਤਰ੍ਹਾਂ ਜਿਹੜਾ ਰੱਬ ਦਾ ਹੀ ਅੰਗ ਬਣ ਜਾਵੇ ਨਾ, ਪਾਤਸ਼ਾਹ ਕਹਿੰਦੇ ਇਸੇ ਤਰ੍ਹਾਂ ਉਸ ਮਨੁੱਖ ਦਾ ਜਿਨੀ ਨਾਮ ਧਿਆਇਆ, ਗਏ ਮਸ਼ੱਕਤ ਘਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਉਹਦਾ ਰੱਬ ਸੰਸਾਰ ਤੇ ਮੁਖ ਜਿਹੜਾ ਹੈ ਉਹ ਉਜਲ ਕਰ ਦਿੰਦਾ ਹੈ। ਜਿਸਨੋ ਤੇਰਾ ਅੰਗ ਸੋ ਨਿਰਮਲੀ ਹੂੰ ਨਿਰਮਲਾ। ਔਰ ਸਾਧ ਸੰਗਤ ਜਿਹਦਾ ਅੰਗ ਪਰਮਾਤਮਾ ਬਣ ਜਾਵੇ, ਜਿਹੜਾ ਪਰਮਾਤਮਾ ਦੀ ਚਰਨਾਂ ਵਿੱਚ ਅਭੇਦ ਹੋ ਜਾਵੇ, ਪਾਤਸ਼ਾਹ ਕਹਿੰਦੇ ਕਿ ਉਹ ਨਿਰਮਲੀ ਹੂੰ ਨਿਰਮਲਾ, ਪਵਿੱਤਰ ਤੋਂ ਪਵਿੱਤਰ ਜੀਵਨ ਵਾਲਾ ਬਣ ਜਾਂਦਾ, ਕਿਉਂਕਿ ਪਰਮਾਤਮਾ ਆਪ ਪਵਿੱਤਰ ਹੈ। ਰੱਬ ਦੇ ਚਰਨਾਂ ਨਾਲ ਨਾ ਲੇਖਾ ਪੁੱਛੀਐ। ਔਰ ਸਾਧ ਸੰਗਤ ਜਿਹਦੇ ਤੇ ਰੱਬ ਦੀ ਨਜ਼ਰ ਹੋ ਜਾਵੇ ਨਾ, ਉਹਦਾ ਕੋਈ ਲੇਖਾ ਜੋਖਾ ਫਿਰ ਪੁੱਛਿਆ ਨਹੀਂ ਜਾਂਦਾ। ਧਰਮ ਰਾਏ ਦਰ ਕਾਗਦ ਫਾਰੇ, ਜਨ ਨਾਨਕ ਲੇਖਾ ਸਮਝਾ। ਜਿਹਦੇ ਉੱਤੇ ਰੱਬ ਦੀ ਕਿਰਪਾ ਹੋ ਜਾਵੇ, ਸੱਚ ਜਾਣੇ, ਉਹਦਾ ਰੱਬ ਦੇ ਘਰ ਵਿੱਚ ਫਿਰ ਕੋਈ ਲੇਖਾ ਜੋਖਾ ਜਿਹੜਾ ਹੈ ਉਹ ਪੁੱਛਿਆ ਨਹੀਂ ਜਾਂਦਾ। ਜਿਸਨੋ ਤੇਰੀ ਖੁਸ਼ੀ ਤਿਨ ਨੌ ਨਿਧ ਪੁੰਚੀਐ। ਔਰ ਜਿਹਨੂੰ ਪਰਮਾਤਮਾ ਦੀ ਬਖਸ਼ਿਸ਼ ਪ੍ਰਾਪਤ ਹੋ ਜਾਵੇ, ਜਿਹਦੇ ਤੇ ਰੱਬ ਖੁਸ਼ ਹੋ ਜਾਵੇ, ਜਿਹਦੇ ਤੇ ਰੱਬ ਤਰੁੱਠ ਜਾਵੇ, ਤਿਸ ਤਿਨ ਨੌ ਨਿਧ ਪੁੰਚੀ ਹੈ। ਉਹ ਮਨੁੱਖ ਜਿਹੜਾ ਹੈ ਉਹ ਦੁਨੀਆ ਦੇ ਉੱਤੇ 9 ਨਿਧੀਆਂ ਭਾਵ ਕਿ ਸਾਰੇ ਖਜ਼ਾਨਿਆਂ ਦਾ ਮਾਲਕ ਬਣ ਕੇ, ਪਰਮਾਤਮਾ ਦੇ ਅੰਮ੍ਰਿਤ ਰੂਪੀ ਨਾਮ ਦਾ ਮਾਲਕ ਬਣ ਕੇ, ਅੰਮ੍ਰਿਤ ਰੂਪੀ ਨਾਮ ਦੇ ਨਾਲ ਜੁੜ ਕੇ ਉਹ ਸੰਸਾਰ ਦੇ ਉੱਤੇ ਸਾਰੀਆਂ ਬਖਸ਼ਿਸ਼ਾਂ ਜਿਹੜੀਆਂ ਨੇ ਉਹ ਪ੍ਰਾਪਤ ਕਰ ਲੈਂਦਾ ਹੈ। ਜਿਸਨੋ ਤੂੰ ਪ੍ਰਭ ਵੱਲ, ਤਿਸ ਕਿਆ ਮੋਹ ਛੰਦਗੀ। ਅਖੀਰ ਤੇ ਧੰਨ ਗੁਰੂ ਅਰਜਨ ਮਹਾਰਾਜ ਜੀ ਨੇ ਬਚਨ ਬਖਸ਼ਿਸ਼ ਕੀਤੇ, ਕਹਿੰਦੇ ਜਿਸਨੋਂ ਤੂੰ ਪ੍ਰਭ ਵੱਲ, ਜਿਹਦੇ ਵੱਲ ਪਰਮਾਤਮਾ ਹੋ ਜਾਵੇ,
ਤਿਸ ਕਿਆ ਮੁਹਸ਼ੰਦਗੀ, ਕਹਿੰਦੇ ਉਸ ਬੰਦੇ ਨੂੰ ਕਿਸੇ ਦੀ ਮੁਤਾਜਗੀ ਨਹੀਂ ਰਹਿ ਜਾਂਦੀ, ਭਾਵ ਕਿ ਉਹਨੂੰ ਫਿਰ ਕਿਸੇ ਦੀ ਗੁਲਾਮੀ ਕਰਨ ਦੀ ਲੋੜ ਨਹੀਂ ਰਹਿ ਜਾਂਦੀ। ਜਿਹੜਾ ਰੱਬ ਦੀ ਕਿਰਪਾ ਦਾ ਪਾਤਰ ਬਣ ਜਾਵੇ, ਜਿਹੜਾ ਪਰਮਾਤਮਾ ਦੀ ਬਖਸ਼ਿਸ਼ ਦਾ ਪਾਤਰ ਬਣ ਜਾਵੇ, ਉਹ ਫਿਰ ਦੁਨੀਆ ਦੇ ਉੱਤੇ ਕਿਸੇ ਦੀ ਮੁਤਾਜਗੀ ਨਹੀਂ ਕਰਦਾ, ਕਿਉਂਕਿ ਉਹ ਦੀਨ ਦੁਨੀਆ ਦੇ ਮਾਲਕ ਪਰਮੇਸ਼ਰ ਨਾਲ ਜੁੜ ਕੇ ਤੇ ਸਮੁੱਚੇ ਸੰਸਾਰ ਦੀਆਂ ਬਖਸ਼ਿਸ਼ਾਂ ਦਾ ਪਾਤਰ ਬਣ ਜਾਂਦਾ ਹੈ। ਜਿਸਨੋ ਤੇਰੀ ਮਿਹਰ ਸੋ ਤੇਰੀ ਬੰਦਗੀ। ਅਖੀਰ ਤੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਬਚਨ ਬਖਸ਼ਿਸ਼ ਕਰ ਰਹੇ ਹਨ, ਪਰ ਰੱਬ ਦੀ ਮਿਹਰ ਜਿਹਦੇ ਤੇ ਹੋਵੇ ਉਹੀ ਰੱਬ ਦੀ ਬੰਦਗੀ ਕਰ ਸਕਦਾ ਹੈ। ਜਿਹਦੇ ਉੱਤੇ ਰੱਬ ਦੀ ਕਿਰਪਾ ਹੋਵੇ ਉਹੀ ਪਰਮਾਤਮਾ ਦਾ ਨਾਮ ਜਪ ਸਕਦਾ ਹੈ, ਰੱਬ ਦੇ ਅੱਗੇ ਇਹ ਅਰਦਾਸ ਕਰ ਸਕਦਾ ਹੈ ਕਿ ਵਿਸਰ ਨਾਹੀ ਦਾਤਾਰ ਆਪਣਾ ਨਾਮ ਦੇਹੋ, ਗੁਣ ਗਾਵਾਂ ਦਿਨ ਰਾਤ ਨਾਨਕ ਚਾਉ ਇਹੋ, ਸੇਖ ਖਰੀਦੈ ਖੈਰ ਦੀਜੈ ਬੰਦਗੀ। ਜਿਹਦੇ ਉੱਤੇ ਰੱਬ ਦੀ ਕਿਰਪਾ ਹੋਵੇ ਉਹੀ ਰੱਬ ਦੀ ਬੰਦਗੀ ਦਾ ਪਾਤਰ ਬਣ ਸਕਦਾ ਹੈ, ਰੱਬ ਦਾ ਨਾਮ ਜਪ ਸਕਦਾ ਹੈ, ਗੁਰੂ ਦੇ ਦਰ ਤੇ ਆ ਕੇ ਸੇਵਾ ਕਰ ਸਕਦਾ ਹੈ, ਪਰਮੇਸ਼ਰ ਦੀਆਂ ਬਖਸ਼ਿਸ਼ਾਂ ਦਾ ਪਾਤਰ ਬਣ ਸਕਦਾ ਹੈ। ਜਿਹਦੇ ਤੇ ਰੱਬ ਕਿਰਪਾ ਕਰ ਦੇਵੇ ਉਹ ਦੀਨ ਦੁਨੀਆ ਦੀ ਪਾਤਸ਼ਾਹੀ ਸੰਸਾਰ ਦੇ ਉੱਤੇ ਮਾਣਦਾ ਹੈ। ਰੱਬ ਦੀ ਕਿਰਪਾ ਦਾ ਪਾਤਰ ਮਨੁੱਖ ਸੇਵਾ ਕਰਨ ਵਾਲਾ, ਗੁਰੂ ਦੇ ਦਰਸ਼ਨ ਕਰਨ ਵਾਲਾ ਅਤੇ ਸਤਿਗੁਰੂ ਪਾਤਸ਼ਾਹ ਜੀ ਦੇ ਘਰ ਵਿੱਚ ਆ ਕੇ ਕੀਰਤਨ ਕਥਾ ਵਿਚਾਰ ਸੁਣਨ ਵਾਲਾ ਪਰਮਾਤਮਾ ਦੀਆਂ ਬਖਸ਼ਿਸ਼ਾਂ ਦਾ ਪਾਤਰ ਬਣ ਜਾਂਦਾ ਹੈ। ਜਿੱਥੇ ਸਾਧ ਸੰਗਤ ਆਪਾਂ ਲੜੀਵਾਰ ਗੁਰ ਸ਼ਬਦ ਵਿਚਾਰ ਦੇ ਨਾਲ ਜੁੜੇ ਹਾਂ, ਲੜੀਵਾਰ ਸ਼ਬਦ ਵਿਚਾਰ ਦੀ ਸਾਂਝ ਪਾਉਂਦੇ ਆ, ਇੱਕ ਨਹੀਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਗਈਆਂ ਹੋਣਗੀਆਂ। ਸਾਧ ਸੰਗਤ ਅਤੇ ਸਤਿਗੁਰੂ ਪਾਤਸ਼ਾਹ ਬਖਸ਼ਣਯੋਗ ਹਨ, ਬਖਸ਼ ਲੈਣਾ। ਬਹੁਤ ਬਹੁਤ ਧੰਨਵਾਦ ਹੈ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਜੀ, ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਜੀ ਦਾ, ਜਿਨ੍ਹਾਂ ਨੇ ਵਿਸ਼ੇਸ਼ ਤੌਰ ਤੇ ਆਪ ਸੰਗਤਾਂ ਦੇ ਦਰਸ਼ਨ ਕਰਨ ਦਾ ਸੁਭਾਗ ਬਖਸ਼ਿਸ਼ ਕੀਤਾ ਹੈ। ਮਾਨਯੋਗ ਪ੍ਰਧਾਨ ਐਡਵੋਕੇਟ ਸਰਦਾਰ ਹਰਜਿੰਦਰ ਸਿੰਘ ਧਾਮੀ ਜੀ ਦਾ ਧੰਨਵਾਦ, ਜਿਨ੍ਹਾਂ ਨੇ ਵਿਸ਼ੇਸ਼ ਤੌਰ ਤੇ ਆਪ ਸੰਗਤਾਂ ਦੇ ਦੀਦਾਰ ਕਰਨ ਦਾ ਸੁਭਾਗ ਬਖਸ਼ਿਆ। ਤੇ ਬੇਨਤੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹਰਿਆਣੇ ਕੁਰਕਸ਼ੇਤਰ ਦੇ ਅੰਦਰ ਧਰਮ ਪ੍ਰਚਾਰ ਕਮੇਟੀ ਸ੍ਰੀ ਅੰਮ੍ਰਿਤਸਰ ਵੱਲੋਂ ਜੋ ਸਿੱਖ ਮਿਸ਼ਨ ਖੋਲ੍ਹਿਆ ਗਿਆ ਹੈ ਔਰ ਉਸ ਅਸਥਾਨ ਤੇ ਧਰਮ ਪ੍ਰਚਾਰ ਦੀਆਂ ਸੇਵਾਵਾਂ ਸਮੁੱਚੇ ਹਰਿਆਣੇ ਸਟੇਟ ਦੇ ਅੰਦਰ ਨਿਭਾਈਆਂ ਜਾ ਰਹੀਆਂ ਹਨ। ਜਿਹੜੀਆਂ ਸੰਗਤਾਂ ਹਰਿਆਣੇ ਦੇ ਅੰਦਰ ਰਹਿੰਦੀਆਂ ਨੇ ਉਹ ਸਿੱਖ ਮਿਸ਼ਨ ਹਰਿਆਣਾ ਵਿਖੇ ਸੰਪਰਕ ਕਰ ਸਕਦੀਆਂ ਨੇ। ਔਰ ਬਹੁਤ ਬਹੁਤ ਇੱਕ ਵਾਰੀ ਸਾਰਿਆਂ ਦਾ ਧੰਨਵਾਦ। ਕੁਟਾਣ ਕੋਟ ਸ਼ੁਕਰਾਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ ਸਾਧ ਸੰਗਤ ਅਤੇ ਸਤਿਗੁਰੂ ਪਾਤਸ਼ਾਹ ਬਖਸ਼ਣਯੋਗ ਹਨ, ਬਖਸ਼ ਲੈਣਾ। ਆਓ ਸ਼ਬਦ ਦੀਆਂ ਆਖਰੀ ਪੰਕਤੀਆਂ ਪੜ੍ਹ ਕੇ ਵਿਚਾਰ ਦੀ ਸੰਪੂਰਨਤਾ ਕਰੀਏ ਜੀ। ਜਿਸਨੋ ਤੂੰ ਪ੍ਰਭ ਵੱਲ ਤਿਸ ਕਿਆ ਮੁਹਸ਼ੰਦਗੀ। ਜਿਸਨੋ ਤੇਰੀ ਮਿਹਰ ਸੋ ਤੇਰੀ ਬੰਦਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੁਮ ਪਹਿ